ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਦਾ ਪ੍ਰੋਗਰਾਮ ਕੀ ਹਾਲ ਪੰਜਾਬ। ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਜਾਣਦੇ ਹਾਂ ਪੰਜਾਬ ਦਾ ਹਾਲ ਕੀ ਹੈ ਤੇ ਉਹਨਾਂ ਮੁੱਦਿਆਂ ਦਾ ਹਾਲ ਕੀ ਹੈ। ਅੱਜ ਜੇ ਗੱਲ ਕਰੀਏ, ਹਾਲ ਫਿਲਹਾਲ ਈਡੀ ਦੀ ਰੇਡ ਦੀ ਚਰਚਾ ਹੋ ਰਹੀ ਹੈ, ਵਿਜੀਲੈਂਸ ਦੀਆਂ ਰੇਡਾਂ ਦੀ ਚਰਚਾ ਹੁੰਦੀ ਹੈ, ਸੀਬੀਆਈ ਦੀ ਰੇਡਸ ਦੀ ਚਰਚਾ ਹੁੰਦੀ ਹੈ ਤੇ ਇਹੋ ਜਿਹੇ तमाम ਇੰਸਟੀਟਿਊਸ਼ਨਸ ਜਿਹੜੇ ਇੰਡੀਪੈਂਡੈਂਟ ਹੋਣੇ ਚਾਹੀਦੇ ਆ, ਜਿਹੜੇ ਇੰਡੀਪੈਂਡੈਂਟ ਹੁੰਦੇ ਆ, ਉਹਨਾਂ 'ਤੇ ਸਵਾਲ ਚੱਕੇ ਜਾਂਦੇ ਆ। ਕਿਉਂ ਸਵਾਲ ਚੱਕੇ ਜਾਂਦੇ ਆ ਤੇ ਕੌਣ ਸਵਾਲ ਚੱਕਦਾ ਹੈ, ਇਹ ਵੱਡਾ ਮਸਲਾ ਬਣਦਾ ਹੈ। ਹਮੇਸ਼ਾ ਜਦੋਂ ਹੁੰਦਾ ਕਿ ਸਰਕਾਰ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਕੋਈ ਵੀ ਐਕਸ਼ਨ ਲੈਂਦੀ ਹੈ, ਉਹ ਵੀ ਕੋਈ ਵੀ ਕੰਮ ਕਰਦੀ ਹੈ, ਉਹ ਤੋਂ ਬਾਅਦ ਜਦੋਂ ਉਹੀ ਪਾਰਟੀ ਜਦੋਂ ਵਿਪਕਸ਼ ਦੇ ਵਿੱਚ ਆਉਂਦੀ ਹੈ, ਵਿਰੋਧੀ ਧਿਰ 'ਚ ਆਉਂਦੀ ਹੈ, ਤੇ ਉਹੀ ਇਹਨਾਂ ਏਜੰਸੀਜ਼ 'ਤੇ ਸਵਾਲ ਚੱਕਦੀ ਹੈ, ਚਾਹੇ ਕਾਂਗਰਸ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ ਜਾਂ ਕੋਈ ਹੋਰ ਪਾਰਟੀ। ਫਿਲਹਾਲ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਪੰਜਾਬ ਦੇ ਵਿੱਚ ਸਰਕਾਰ ਹੈ, ਸੱਤਾ ਧਿਰ ਦੇ ਵਿੱਚ ਹੈਗੇ ਆ। ਉਹਨਾਂ ਦੇ ਲੀਡਰਾਂ 'ਤੇ ਜਦੋਂ ਈਡੀ ਦੀ ਰੇਡ ਪੈਂਦੀ ਹੈ ਤਾਂ ਉਹ ਕਹਿੰਦੇ ਆ ਕਿ ਪੋਲੀਟੀਕਲ ਵੈਂਡੇਟਾ ਹੈ, ਬੀਜੇਪੀ ਈਡੀ ਦੀ ਰੇਡ ਸਾਡੇ 'ਤੇ ਕਰਵਾ ਰਹੀ ਹੈ। ਜਦੋਂ ਕਾਂਗਰਸ ਦੇ ਲੀਡਰਸ 'ਤੇ ਹੁੰਦੀ ਆ ਉਦੋਂ ਵੀ ਇਹ ਕਿਹਾ ਜਾਂਦਾ ਕਿ ਬੀਜੇਪੀ ਦੇ ਕਹਿਣੇ ਦੇ ਵਿੱਚ ਈਡੀ ਇਹ ਕੰਮ ਕਰ ਰਹੀ ਹੈ। ਅਤੇ ਅੱਜ ਇਸੇ ਮਸਲੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਸਤਵ ਦੇ ਵਿੱਚ ਇਹ ਸਭ ਕੁਝ ਹੁੰਦਾ ਕਿ ਇਹ ਈਡੀ ਜਾਂ ਸੀਬੀਆਈ ਕਿਸੇ ਦੇ ਇਨਫਲੂਐਂਸ ਦੇ ਵਿੱਚ ਹੋ ਕੇ ਕਿਸੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੰਮ ਕਰਦੀਆਂ ਜਾਂ ਇੰਡੀਪੈਂਡੈਂਟ ਐਂਟੀਟੀਜ਼ ਨੇ। ਤੇ ਸਾਡੇ ਨਾਲ ਇਸ ਮਸਲੇ 'ਤੇ ਗੱਲਬਾਤ ਕਰਨ ਲਈ ਜੁੜੇ ਹੋਏ ਨੇ ਦਲਜੀਤ ਚੀਮਾ ਜੀ, ਸਤਿ ਸ਼੍ਰੀ ਅਕਾਲ ਜੀ, ਮੁਹੰਮਦ ਖਾਲਿਦ ਜੀ ਜੁੜੇ ਹੋਏ ਨੇ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਸਰ। ਹਾਂਜੀ ਸਰ, ਥੈਂਕ ਯੂ ਜੀ। ਇਹ ਜਾਣਨਾ ਚਾਹਾਂਗੇ ਕਿ ਜੋ ਇਹ ਮਸਲਾ ਹੈ, ਜਦੋਂ ਈਡੀ ਦੀ ਗੱਲ ਹੁੰਦੀ ਹੈ, ਕਿਸੇ ਵੀ ਲੀਡਰ 'ਤੇ ਈਡੀ ਦੀ ਰੇਡ ਹੋਵੇ ਜਾਂ ਸੀਬੀਆਈ ਦੀ ਰੇਡ ਹੋਵੇ ਜਾਂ ਵਿਜੀਲੈਂਸ ਦੀ ਰੇਡ ਹੋਵੇ, ਉਦੋਂ ਇੱਕ ਗੱਲ ਵੱਡੀ ਨਿਕਲ ਕੇ ਆਉਂਦੀ ਹੈ ਕਿ ਜੀ ਇਹ ਪੋਲੀਟੀਕਲ ਵੈਂਡੇਟਾ ਹੈ। ਕੀ ਇਹ ਵਾਸਤਵ ਦੇ ਵਿੱਚ ਹੁੰਦਾ ਹੈ? ਕੀ ਇਹਦੇ ਸੱਚਾਈ ਦੇ ਨੇੜੇ ਤੇੜੇ ਹੈ? ਮੁਹੰਮਦ ਖਾਲਿਦ ਜੀ। ਜੀ ਦੇਖੋ, ਇਦਾਂ ਹੈ ਕਿ ਤੁਹਾਨੂੰ ਯਾਦ ਹੋਊਗਾ ਜਦ ਯੂਪੀਏ ਦੀ ਸਰਕਾਰ ਸੀਗੀ ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਸੀਬੀਆਈ ਜਿਹੜਾ ਹੈਗਾ ਸਰਕਾਰ ਦਾ ਤੋਤਾ ਹੈ। ਜੀ, ਉਸ ਤੋਂ ਮੈਂ ਗੱਲ ਸ਼ੁਰੂ ਕਰੂੰਗਾ। ਔਰ ਉਸ ਤੋਂ ਬਾਅਦ ਉਸ ਵੇਲੇ ਇਲਜ਼ਾਮ ਲੱਗਦਾ ਸੀਗਾ ਕਿ ਕਾਂਗਰਸ ਗਵਰਨਮੈਂਟ ਜਾਂ ਯੂਪੀਏ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਵਿਰੋਧੀਆਂ ਦੇ ਅਗੇਂਸਟ ਸੈਂਟਰਲ ਏਜੰਸੀਜ਼ ਦਾ ਇਸਤੇਮਾਲ ਕਰ ਰਹੀ ਹੈ। ਹੁਣ ਜਿਹੜਾ ਹੈਗਾ ਆਪਾਂ ਪਿਛਲੇ 8 ਸਾਲ ਤੋਂ ਦੇਖ ਰਹੇ ਹਾਂ, ਇੱਕ ਸਿਸਟਮੈਟਿਕ ਢੰਗ ਦੇ ਨਾਲ ਆਪੋਜੀਸ਼ਨ ਦੇ ਉੱਪਰ ਈਡੀ ਦਾ ਜਾਂ ਐਨਫੋਰਸਮੈਂਟ ਡਾਇਰੈਕਟਰ ਇਹਦਾ ਸੀਬੀਆਈ ਦਾ ਜਾਂ ਦੂਸਰੀਆਂ ਸੈਂਟਰਲ ਏਜੰਸੀਆਂ ਨੂੰ ਇੱਕ ਤਰ੍ਹਾਂ ਅਨਲੀਸ਼ ਕੀਤਾ ਜਾਂਦਾ ਹੈ। ਔਰ ਇਹਦੇ ਵਿੱਚ ਦੋ ਚੀਜ਼ਾਂ ਦੇਖਣੀਆਂ ਪੈਣਗੀਆਂ। ਨੰਬਰ 1 ਕਿ ਟਾਈਮਿੰਗ ਕੀ ਹੁੰਦੀ ਹੈ। ਫॉर ਐਗਜ਼ਾਮਪਲ ਕਿਸੇ ਨੂੰ ਅਗਰ ਤੁਸੀਂ ਹਰਾਸ ਕਰਨਾ ਹੈ, ਵੀਰ ਭੱਦਰ ਸਿੰਘ ਦੀ ਮੈਂ ਐਗਜ਼ਾਮਪਲ ਦਊਂਗਾ, ਉਹਨਾਂ ਦੇ ਘਰੇ ਬਰਾਤ ਖੜੀ ਥੀ ਤੇ ਉਧਰ ਇਹ ਰੇਡ ਪਾਤੀ, ਯਾਨੀ ਉਹ ਅੱਗੇ ਜਾਂ ਪਿੱਛੇ ਕੀਤੀ ਜਾ ਸਕਦੀ। ਇਹ ਹੁਣ ਖੜਗੇ ਦੀ ਐਗਜ਼ਾਮਪਲ ਦਿੰਨਾ ਕਿ ਉਹਨਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਐਂਡ ਕਰਦੇ ਹੋਏ ਈਡੀ ਨੇ ਬੁਲਾਇਆ ਉਹ ਜਿਹੜੇ ਅਖਬਾਰ ਦੇ ਕੇਸ ਦੇ ਵਿੱਚ, ਉਹ ਅੱਗੇ ਜਾਂ ਪਿੱਛੇ ਹੋ ਸਕਦਾ ਥਾ, ਉਹਦੇ ਨਾਲ ਕੋਈ ਮਟੀਰੀਅਲ ਫਰਕ ਨਹੀਂ ਪੈਂਦਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਤੋਂ ਇਦਾਂ ਲੱਗਦਾ ਹੈ ਕਿ ਐਨਫੋਰਸਮੈਂਟ ਡਾਇਰੈਕਟਰ ਨੂੰ ਵੀ ਤੇ ਸੀਬੀਆਈ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ ਆਪਣੇ ਸਕੋਰ ਸੈਟਲ ਕਰਨ ਵਾਸਤੇ, ਜਾਂ ਤੰਗ ਕਰਨ ਵਾਸਤੇ, ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਪਰ ਉਹਨਾਂ ਨੂੰ ਲੱਗਦਾ ਹੈ ਕਿ ਖਦਸ਼ਾ ਹੈ ਕਿ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ, ਉਹਦੇ ਵਿੱਚੋਂ ਕੀ ਨਿਕਲਦਾ। ਤੁਸੀਂ ਇਹ ਦੇਖੋ ਵੀ ਜਿਹੜਾ ਜਿਸ ਵੇਲੇ ਸੀਬੀਆਈ ਦਾ ਜਾਂ ਈਡੀ ਦਾ ਰੇਡ ਪੈਂਦਾ ਕਿਸੇ ਦੇ ਉੱਪਰ, ਉਹਦੇ ਵਿੱਚੋਂ ਕੱਢਿਆ ਜਾਂਦਾ ਜੀ ਕਾਗਜ਼ ਮਿਲੇ ਜੀ, ਫੋਰਨ ਕਰੰਸੀ ਮਿਲੀ ਜੀ, ਇਹ ਮਿਲੀ। ਲੇਕਿਨ ਇਹੋ ਜਿਹੇ ਮੁਕੱਦਮੇ ਪਹੁੰਚਦੇ ਕਿੱਥੇ ਹੈ? ਕਿਆ ਉਹਨਾਂ ਵਿੱਚੋਂ ਕੁਝ ਨਿਕਲਦਾ ਹੈ? ਕਿੰਨੇ % ਮੁਕੱਦਮੇ ਐਸੇ ਹੈ ਜਿਹਦੇ ਵਿੱਚ ਕੋਈ ਕਨਵਿਕਸ਼ਨ ਹੁੰਦੀ ਹੈ? ਕਨਵਿਕਸ਼ਨ ਰੇਟ ਈਡੀ ਤੇ ਸੀਬੀਆਈ ਦੇ ਛਾਪਿਆਂ ਦਾ ਬਹੁਤ ਘੱਟ ਹੈ, ਆਪਾਂ ਜਾਣਦੇ ਹਾਂ। ਇਹਦਾ ਮਤਲਬ ਹੈ ਜਾਂ ਤਾਂ ਸਮਝ ਸੋਚ ਕੇ ਹੋਮਵਰਕ ਕਰਕੇ ਨਹੀਂ ਛਾਪੇ ਮਾਰੇ ਜਾਂਦੇ, ਜਾਂ ਅਗਰ ਮਾਰੇ ਜਾਂਦੇ ਹੈ ਤਾਂ ਉਸ ਤੋਂ ਬਾਅਦ ਉਹਨਾਂ ਵਿੱਚੋਂ ਕੁਝ ਨਾ ਨਿਕਲਣਾ, ਇਹਦਾ ਮਤਲਬ ਹੈ ਉਹ ਲੋਕ ਜਿਹੜੇ ਸੀਗੇ ਫ੍ਰੀ ਹੈ, ਉਹਨਾਂ ਪਰ ਇਹ ਨਹੀਂ ਪੈਣਾ ਚਾਹੀਦਾ ਸੀਗਾ ਇਨੀਸ਼ੀਅਲੀ। ਲੇਕਿਨ ਮੈਂ ਇਸ ਚੀਜ਼ ਦਾ ਜ਼ਰੂਰ ਪੱਖ ਪੂਰਦਾ ਕਿ ਅਗਰ ਕਿਸੇ ਵਿਅਕਤੀ ਨੇ ਕੋਈ ਗਲਤੀ ਕੀਤੀ ਹੈ, ਅਗਰ ਕਿਸੇ ਵਿਅਕਤੀ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਹੈ, ਪੈਸਾ ਬਣਾਇਆ ਹੈ, ਕਰਪਸ਼ਨ ਕੀਤੀ ਹੈ, ਉਹਦੇ ਅਗੇਂਸਟ ਸੈਂਟਰਲ ਏਜੰਸੀਜ਼ ਨੂੰ ਜਾਣਾ ਚਾਹੀਦਾ। ਲੇਕਿਨ ਸੈਂਟਰਲ ਏਜੰਸੀਜ਼ ਕਿਆ ਆਪਣਾ ਹੋਮਵਰਕ ਕਰਕੇ ਜਾਂਦੀਆਂ?
ਉਹ ਪਤਾ ਲੱਗਦਾ ਹੈ ਕਿ ਕਨਵਿਕਸ਼ਨ ਰੇਟ ਬਹੁਤ ਘੱਟ ਹੈ, ਇਹਦਾ ਮਤਲਬ ਹੋਮਵਰਕ ਨਹੀਂ ਕੀਤਾ ਹੋਇਆ। ਨੰਬਰ 2, ਕਿਆ ਸਿਰਫ ਆਪੋਜੀਸ਼ਨ ਦੇ ਹੀ ਲੋਕਾਂ ਨੇ ਇਹ ਗਲਤ ਕੰਮ ਕੀਤੇ ਹੋਏ ਆ? ਰੂਲਿੰਗ ਪਾਰਟੀ ਦੇ ਵਿੱਚ ਜਿੱਥੇ ਇੰਨੀਆਂ ਸਰਕਾਰਾਂ ਹੈਗੀਆਂ ਤੁਹਾਡੀਆਂ, ਉੱਥੇ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੋਇਆ? ਕਰਨਾਟਕਾ ਦੀ ਐਗਜ਼ਾਮਪਲ ਲੈ ਲਓ ਜਾਂ ਹੋਰ ਜਗ੍ਹਾ ਦੀ। ਇਸ ਕਰਕੇ ਇਹ ਜਿਹੜਾ ਅੱਜ ਦਾ ਤੁਹਾਡਾ ਮੁੱਦਾ ਹੈਗਾ, ਇਹ ਮੁੱਦੇ ਦੇ ਦੋ ਬੜੇ ਇੰਪॉर्टेंट पहलू हैं। पहला है कि अपोजिशन पर ही क्यों, दूसरा है कन्विक्शन रेट घट क्यों। ਇਹ ਦੋਨਾਂ ਚੀਜ਼ਾਂ ਦਾ ਜਵਾਬ ਜਿਹੜਾ ਹੈਗਾ ਇਹ ਸੈਂਟਰਲ ਏਜੰਸੀਜ਼ ਨੂੰ ਜ਼ਰੂਰ ਦੇਣਾ ਚਾਹੀਦਾ ਹੈ, ਔਰ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਜਿਹੜੇ ਸੱਤਾ ਦੇ ਵਿੱਚ ਹੈ। ਜੀ ਬਿਲਕੁਲ। ਚੀਮਾ ਜੀ, ਤੁਹਾਡੇ ਤੋਂ ਜੇ ਇਹੀ ਸਵਾਲ ਪੁੱਛਾਂ ਮੈਂ, ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਜਦੋਂ ਪਿਛਲੇ ਦਿਨੀ ਸਰਕਾਰ ਨੇ ਪੁਰਾਣੇ ਮੰਤਰੀਆਂ ਤੇ ਕੇਸ ਖੋਲ੍ਹੇ, ਉਹਨਾਂ ਤੇ ਕਾਰਵਾਈ ਦੀ ਗੱਲ ਕੀਤੀ, ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਪੰਜਾਬ ਪ੍ਰਧਾਨ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਤਾਜ਼ਾ ਮਾਮਲਾ ਹੈ ਕਿ ਆਸ਼ੂ ਜੀ ਹੈ, ਭਾਰਤ ਭੂਸ਼ਣ ਆਸ਼ੂ, ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸੇ ਦਿਨ ਉਹਨਾਂ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਸੀ। ਪ੍ਰੋਟੈਸਟ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਪ੍ਰੋਟੈਸਟ ਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਜਿਹੜੇ ਮੰਤਰੀ ਰਹੇ ਹੈ ਜਾਂ MLA ਰਹੇ ਹੈ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿਰਫ ਆਮ ਆਦਮੀ ਪਾਰਟੀ ਵੱਲੋਂ। देखो, मेरा ये सोचना है कि आउट ऑफ ऑल दी फॉर्म्स ऑफ गवर्नेंस डेमोक्रेसी इज़ द बेस्ट फॉर्म, ये कोई शक नहीं। पर डेमोक्रेसी हैज़ सर्टन लिमिटेशंस। डेमोक्रेसी दे विच जदों मेजॉरिटी हुंदी है किसी कोल, और जे ब्रूट मेजॉरिटी आ जाए तो वो कुछ भी कर सकता है। और स्पैशली इन ए कंट्री लाइक आर्स जिथे डेमोग्राफी इस तरह की है भी कुछ परसेंटेज मेजॉरिटी है, कुछ माइनॉरिटी विच ने, और 3-4 अलग अलग माइनॉरिटीज़ डिफरेंट रेशोज़ ने। इहो जे सैटअप दे विच मेजॉरिटेरियन गवर्नमेंट जिहड़ी है ना, इट कैन डू लॉट ऑफ थिंग्स विच आर अगेंस्ट द बेसिक नॉर्म्स ऑफ गवर्नेंस, और ये शायद हो रहा है। गल ये वेखण वाली है भी ये सारे सिस्टम जिहड़े ना, जिन्ने भी साडे चाहे ED दे हेठां दो बेसिक चीज़ां हुंदियां ने, जिन्नी कि मैनूं समझ आया जे लेमैन, एक फेमा फॉरेन एक्सचेंज मैनेजमेंट एक्ट ते दूजा है PMLA प्रिवेंशन ऑफ मनी लॉन्ड्रिंग एक्ट। हुण ये डायरैक्टली करप्शन दे नाल जुड़े हुए ने, और इहदे च भी कोई शक नहीं कि करप्शन जिहड़ी है आम इंडियन दे बोन मैरो च वड़ गई है, और वी आर ए करप्ट नेशन। ये मैनू कहंदियां शर्म आउंदी है कि वी मस्ट एक्सैप्ट दैट वी आर ए करप्ट नेशन। हुण इहदा मतलब ये है कि जिहड़ा पोलीटिकल सिस्टम है साडा, ਉਹਦੇ 'ਚ चाहे वो मंत्री होण, चाहे MLA होण, चाहे मिनिस्टर्स होण एट सेंट्रल लैवल और स्टेट लैवल, ਇਹਦਾ मतलब ये निकलता है कि मोस्ट ऑफ दैम, majority of them आर करप्ट। ਇਹਦਾ मतलब ये होया कि साडे सिस्टम दे विच ਇਹੋ ਜਿਹੇ एक्ट या ਇਹੋ ਜਿਹਾ ला, ਇਹੋ ਜਿਹਾ कानून होना चाहिए है कि ਜਿਹੜਾ करप्ट आदमी नूं करप्शन करन दे बाद ना पकड़े, असल च ਉਹਨੂੰ करप्शन ना करन देन दा कोई इंसेंटिव मिले, वो करप्ट ना होए। अनफॉर्चुनेटली करप्शन नूं रोकण दा या करप्शन नूं अरेस्ट करन दा कोई सिस्टम जिहड़ा वो है नहीं साडे। बेसिक गल ये समझण वाली है कि करप्शन नूं इरेडिकेट किया जा सकता है जे पॉलिटिशियन, ब्यूरोक्रैट ते बिजनेसमैन, ये 3 लोग ने जिहड़े पिलर ने करप्शन दे साडे कंट्री च खास करके। ये जे तिन्ने सोच लैन कि असी करप्शन बंद करनी है, तो करप्शन 2 सालों में शायद 90% बंद हो जाएगी। पर की इन्हां तिन्नां विचों कोई भी कहता भी करप्शन बंद होनी चाहिए है? क्यों? करप्शन इज़ देयर ऑक्सीजन। जे उन्होंने करप्शन ना हुई तो वो तो मर जाएंगे। सो एक तो ये पहलू है। दूजा ये कोई शक नहीं कि पहला भी ਇਹੋ ਜਿਹੇ ਮੁੱਦੇ ਚੁੱਕੇ ਜਾਂਦੇ ਸਨ, और CBI ਨੂੰ ਜਿਵੇਂ ਖਾਲਿਦ ਮੁਹੰਮਦ ਸਾਹਿਬ ਨੇ ਦਿੱਤਾ ਜ਼ਿਕਰ ਕੀਤਾ ਕਿ ਕੇਜਡ ਪੈਰਟ ਦਾ ਉਹ ਦਿੱਤਾ ਜਾਂਦਾ ਸੀ, और CBI ਨੂੰ ਯੂਜ਼ ਕਰਨਾ, ED ਨੂੰ, ਇਹ ਸਾਰੀਆਂ ਗਵਰਨਮੈਂਟਾਂ ਕਰਦੀਆਂ ਰਹੀਆਂ ਨੇ ਔਨ ਦੀ ਰਿਕਮੈਂਡੇਸ਼ਨ ਆਫ ਸਟੇਟ ਗਵਰਨਮੈਂਟਸ, ਤੇ ਆਪੋਜੀਸ਼ਨ ਗਵਰਨਮੈਂਟਾਂ ਜਿਹੜੀਆਂ ਨੇ ਉਹ ਕਰਦੀਆਂ ਹੀ ਹੈ ਨੇ। ਪਰ ਮੈਂ ਇਹ ਚੀਜ਼ ਕਹਿਣਾ ਵੀ ਜਦੋਂ ਤੁਸੀਂ ਡੈਮੋਕ੍ਰੇਸੀ 'ਚ ਕੰਮ ਕਰ ਰਹੇ ਹੋ ਤਾਂ ਯੂ ਸ਼ੁੱਡ ਨਾਟ ਓਨਲੀ ਬੀ ਫੇਅਰ बट यू शुड ऑल्सो भी सीन टू बी फेयर। इस जड़ा हुण अजकल हालात चल रहे ने उहदे विच द सिस्टम डज नॉट सीम टू बी फेयर। लगता है कि शायद एक पार्टी दे या आपोजिशन दे जिहड़े लीडर्स ने या सियासी लोग ने
ਉਹਨਾਂ ਉੱਤੇ ਮੁਕੱਦਮੇ ਕੀਤੇ ਜਾ ਰਹੇ ਨੇ ਔਰ ਕੁਝ ਚੀਜ਼ਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ, ਕੁਝ ਲੋਕਾਂ ਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਟੈਕਸ਼ਨ ਮਿਲ ਰਹੀ ਹੈ। ਪਰ ਇਹ ਸਿਸਟਮ ਪੋਲੀਟੀਕਲ ਐਸਾ ਸਿਸਟਮ ਹੈ, ਇਹਦੇ 'ਚ ਹੁੰਦਾ ਰਹੇਗਾ। ਪਰ ਇਹ ਮੇਰਾ ਖਿਆਲ ਹੈ ਜਿੰਨਾ ਤੱਕ ਕੌਨਸ਼ੀਅਸਨੈਸ, ਮਾइंडफुलनेस और सोच ਜਿਹੜੀ ਹੈ ਉਹ ਨਾ ਬਦਲੀ ਜਾਏ ਪੋਲੀਟੀਸ਼ੀਅਨ ਦੀ ਐਟ ਦੀ ਟਾਪ ਲੈਵਲ ਐਂਡ ਐਟ ਡਿਫਰੈਂਟ ਲੈਵਲਸ, ਜਿੰਨਾ ਚਿਰ ਉਹ ਨਾ ਬਦਲੀ ਜਾਏ ਇਸ ਚੀਜ਼ ਨੂੰ ਅਰੈਸਟ ਕਰਨਾ ਮੈਂ ਸਮਝਣਾ ਕਿ ਬਹੁਤ ਮੁਸ਼ਕਿਲ ਕੰਮ ਹੈ। ਜੀ ਸਰ, ਇਹ ਸਾਫ਼ ਹੋ ਚੁੱਕਿਆ ਹੈ ਕਿ ਪੋਲੀਟੀਕਲ ਲੋਕ ਯੂਜ਼ ਕਰਦੇ ਆ, ਪੋਲੀਟੀਕਲ ਪਾਰਟੀਆਂ ਯੂਜ਼ ਕਰਦੀਆਂ, ਪਰ ਜਦੋਂ ਇਹ ਮੈਸੇਜ ਲੋਕਾਂ ਤੱਕ ਜਾਂਦਾ, ਆਮ ਪਬਲਿਕ ਤੱਕ ਜਾਂਦਾ ਹੈ, ਆਮ ਪਬਲਿਕ ਨੂੰ ਪਤਾ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਨੂੰ ਅਸੀਂ ਇੰਡੀਪੈਂਡੈਂਟ ਸਮਝਦੇ ਸੀ, ਜੋ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਸੀ, ਉਹ ਕਿਸੇ ਦੇ ਕਹਿਣ ਤੇ ਕੰਮ ਕਰ ਰਹੀਆਂ, ਤਾਂ ਇਹਦਾ ਕੀ ਨੁਕਸਾਨ ਹੋ ਰਿਹਾ ਸਾਨੂੰ? ਜੀ ਇਹ ਦੇਖੋ, ਮੈਂ ਜੇ ਕਹਾਂ ਚਾਹਾਂ ਇਹ ਸਾਰਾ ਜਿਹੜਾ ਨਾ ਚੀਜ਼ਾਂ ਇਟ ਇਜ਼ ਅਗੇਂਸਟ ਦੀ ਡੈਮੋਕ੍ਰੈਟਿਕ ਨਾਰਮਸ। ਇਸ ਕਰਕੇ ਡੈਮੋਕ੍ਰੇਸੀ ਜਿਹੜੀ ਹੈ ਨੁਕਸਾਨ ਹੋ ਰਿਹਾ ਡੈਮੋਕ੍ਰੈਟਿਕ ਸੈਟਅਪ ਦਾ, ਔਰ ਡੈਮੋਕ੍ਰੇਸੀ ਦਾ ਨੁਕਸਾਨ ਹੋ ਰਿਹਾ ਹੈ। ਵੀ ਐਜ਼ ਏ ਡੈਮੋਕ੍ਰੈਟਿਕ ਨੇਸ਼ਨ ਜਿਹੜੇ ਬੜਾ ਫਖਰ ਫੀਲ ਕਰਨੇ ਆ ਪਈ ਵੀ ਆਰ ਵਨ ਆਫ ਦੀ ਲਾਰਜੈਸਟ ਐਂਡ ਬਿਗੈਸਟ ਡੈਮੋਕ੍ਰੇਸੀ ਔਰ ਬੜੀ ਪੁਰਾਣੀ ਔਰ ਸਾਡੀ ਇੰਨੀ 140 ਕਰੋੜ ਤੇ ਇਹ ਤੇ ਉਹ, ਉਹਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਕਿਹੋ ਜਿਹਾ ਹੈ, ਉਹਦੀ ਕੁਆਲਿਟੀ ਕੀ ਹੈ, ਵੀ ਕੀ ਜਿਹੜੀਆਂ ਇੰਸਟੀਟਿਊਸ਼ਨਸ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਨੇ ਉਹ ਇੰਡੀਪੈਂਡੈਂਟ ਹੈ ਨੇ? ਇਹ ਈਡੀ ਤੇ ਆਈਟੀ ਤੇ ਸੀਬੀਆਈ ਨਹੀਂ, ਹੋਰ ਬੜੀਆਂ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦਾ ਰੋਲ ਬੇਸਿਕਲੀ ਰੈਗੂਲੇਟਰੀ ਹੋਣਾ ਚਾਹੀਦਾ ਹੈ, ਕਰੈਕਟਿਵ ਵੀ ਹੋਣਾ ਚਾਹੀਦਾ ਹੈ। ਰੈਗੂਲੇਟਰੀ ਐਂਡ ਕਰੈਕਟਿਵ ਇਹ ਰੋਲ ਹੁੰਦਾ ਹੈ ਇਹੋ ਜਿਹੀਆਂ ਏਜੰਸੀਜ਼ ਦਾ, ਪਰ ਉਹਨਾਂ ਨੂੰ ਇੱਕ ਤਰੀਕੇ ਨਾਲ ਇਸਤੇਮਾਲ ਕਰਨਾ, ਇੱਕ ਸੋਚੀ ਸਮਝੀ ਪਲਾਨ ਦੇ ਮੁਤਾਬਕ ਇਸਤੇਮਾਲ ਕਰਨਾ, ਐਂਡ ਨਾਟ ਲੈਟਿੰਗ them ਡੂ what they want to do। ਆਟੋਨੋਮਸ ਜਿਹੜੀ ਬਾਡੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਇੰਡੀਪੈਂਡੈਂਟ ਬਾਡੀਜ਼ ਨੇ, ਉਹਨਾਂ ਦੇ ਉੱਤੇ ਕੰਟਰੋਲ ਗਵਰਨਮੈਂਟ ਦਾ ਨਹੀਂ ਹੋ ਸਕਦਾ, ਜੁਡੀਸ਼ਰੀ ਦਾ ਕੰਟਰੋਲ ਸ਼ਾਇਦ ਹੋ ਸਕਦਾ ਹੈ, ਪਾਰਲੀਮੈਂਟਰੀ ਸਿਸਟਮ ਦਾ ਜਿਹੜਾ ਸਭ ਤੋਂ ਉੱਪਰ ਹੈ ਉਹਦਾ ਕੰਟਰੋਲ ਹੋ ਸਕਦਾ ਹੈ, ਪਰ ਗਵਰਨਮੈਂਟ ਜਿਹੜੀ ਹੈ ਉਹ ਇਹਦੇ ਉੱਤੇ ਐਗਜ਼ੈਕਟਿਵ ਜਿਹੜੀ ਹੈ ਇਸ ਤਰ੍ਹਾਂ ਕੰਟਰੋਲ ਨਹੀਂ ਕਰ ਸਕਦੀ। ਔਰ ਦੇ ਆਰ ਡਿਜ਼ਾਈਨਡ ਲਾਈਕ ਦੈਟ। ਇਹਨਾਂ ਨੂੰ ਡਿਜ਼ਾਈਨ ਵੀ ਇਸੇ ਤਰ੍ਹਾਂ ਕੀਤਾ ਗਿਆ ਹੈ ਵੀ ਕੋਈ ਐਗਜ਼ੈਕਟਿਵ ਇਹਦੇ ਉੱਤੇ ਇੰਟਰਫੇਅਰ ਨਾ ਕਰੇ। ਪਰ ਇਟ ਇਜ਼ ਅ ਵੈਲ ਨੋਨ ਫੈਕਟ, CBI ਦੇ ਵਿੱਚ, ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ, ਹਰ ਇੱਕ ਦੇ ਵਿੱਚ, ED ਦੇ ਵਿੱਚ ਡਾਇਰੈਕਟ ਇੰਟਰਫੇਰੈਂਸ ਆਫ ਦੀ ਗਵਰਨਮੈਂਟਸ। ਉਸੇ ਤਰ੍ਹਾਂ ਸਟੇਟ ਲੈਵਲ ਦੇ ਉੱਤੇ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਉਹਦੇ ਉੱਤੇ ਕੰਟਰੋਲ ਗਵਰਨਮੈਂਟ ਦਾ, ਜਿਹੜੀ ਉੱਥੋਂ ਦੀ ਜਿਹੜੀ ਵੀ ਗਵਰਨਮੈਂਟ ਹੈ ਉਹ ਉਹਨੂੰ ਆਪਣੇ ਮਰਜ਼ੀ ਨਾਲ ਇਸਤੇਮਾਲ ਕਰਦੇ ਨੇ। ਔਰ ਇਹ ਅਸੀਂ ਰੋਜ਼ ਦੇਖਦੇ ਹਾਂ, ਚਾਹੇ ਪੰਜਾਬ 'ਚ ਦੇਖ ਲਓ, ਚਾਹੇ ਦੂਜੇ ਸਟੇਟਸ ਦੇਖ ਲਓ, ਇਹ ਤਾਂ ਰੋਜ਼ ਹੋ ਰਿਹਾ। ਸੋ ਇਹ ਤਾਂ ਮੇਰਾ ਖਿਆਲ ਹੈ ਜਿੰਨਾ ਚਿਰ ਇੱਕ ਪੋਲੀਟੀਸ਼ੀਅਨ ਸਟੇਟਸਮੈਨ ਨਾ ਬਣ ਜੇ, ਦੇਖੋ ਪੋਲੀਟੀਸ਼ੀਅਨ ਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਨੂੰ ਇੱਕ ਸਟੇਟਸਮੈਨ ਹੋਣਾ, ਸਟੇਟਸਮੈਨ ਬਹੁਤ ਵੱਡਾ ਬਿਗਰ ਇਸ਼ੂ ਹੈ ਐਜ਼ ਕੰਪੇਅਰ ਟੂ ਅ ਜਸਟ ਅ ਪੋਲੀਟੀਸ਼ੀਅਨ। ਸੋ ਜੇ ਸਟੇਟਸਮੈਨ ਬਣ ਜਾਣ ਸਾਡੇ ਪੋਲੀਟੀਸ਼ੀਅਨ, ਜੇ ਉਹਨਾਂ ਨੂੰ ਇਹ ਅਕਲ ਆ ਜਾਏ ਵੀ ਇਹ ਗੱਲ ਗਲਤ ਹੈ, ਅਸੀਂ ਬੇਸਿਕ ਨਾਮ ਜਿਹੜੇ ਨੇ ਡੈਮੋਕ੍ਰੇਸੀ ਦੇ, ਔਰ ਅਸੀਂ ਨੁਕਸਾਨ ਕਰ ਰਹੇ ਹਾਂ ਆਪਣੇ ਦੇਸ਼ ਦਾ, ਆਪਣੇ ਦੇਸ਼ ਦੀ ਕਨਸਟੀਟਿਊਸ਼ਨ ਦੀ ਜੇ ਅਸੀਂ ਰਿਸਪੈਕਟ ਨਹੀਂ ਕਰ ਰਹੇ ਤੇ ਅਸੀਂ ਡੈਮੋਕ੍ਰੈਟਿਕ ਸਿਸਟਮ ਦਾ ਨੁਕਸਾਨ ਕਰ ਰਹੇ ਹਾਂ, ਤਾਂ ਵੀ ਆਰ ਰੂਇਨਿੰਗ ਆਵਰ ਕੰਟਰੀ ਇਨ ਦੀ ਲੌਂਗ ਰਨ। ਇਹ ਜੇ ਚੀਜ਼ ਸਮਝ ਲੱਗ ਜੇ ਤੇ ਮੇਰਾ ਖਿਆਲ ਹੈ ਫੇਲ ਸੋਚ ਵਿੱਚ ਬਦਲਾਅ ਆਏ ਤੇ ਤਾਂ ਹੀ ਹੋ ਸਕਦਾ ਹੈ, ਔਰ ਇਹਨੂੰ ਹੋਰ ਕੋਈ ਨਹੀਂ ਬਦਲ ਸਕਦਾ ਕਿਸੇ ਹੋਰ ਤਰੀਕੇ ਨਾਲ, ਲਾ ਜਾਂ ਜੁਡੀਸ਼ਰੀ ਉਹ ਨਹੀਂ ਬਦਲ ਸਕਦੇ, ਇਹ ਸਿਰਫ ਆਪਣੀ ਸੋਚ ਦੇ ਨਾਲ ਬਦਲਿਆ ਜਾਏਗਾ। ਜੀ ਖਾਲਿਦ ਸਰ, ਇੱਕ ਸਵਾਲ ਹੋਰ ਉੱਠਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਇੰਸਟੀਟਿਊਸ਼ਨਸ ਦੇ ਇਲਾਵਾ ਜਦੋਂ ਜੁਡੀਸ਼ਰੀ ਤੇ ਸਵਾਲ ਚੱਕੇ ਜਾਂਦੇ ਆ, ਬਹੁਤ ਘੱਟ ਹੁੰਦਾ ਕਿ ਜੁਡੀਸ਼ਰੀ ਤੇ ਸਵਾਲ ਚੱਕੇ ਜਾਣ, ਪਰ ਜੋ ਘੱਟ ਸਵਾਲ ਵੀ ਚੱਕੇ ਜਾ ਰਹੇ ਆ ਉਹ ਵੀ ਇੰਪੋਰਟੈਂਟ ਹੈ। ਕੀ ਲੱਗਦਾ ਕਿ ਜਦੋਂ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਦਿਖਣ ਲੱਗਦੀ ਲੋਕਾਂ ਨੂੰ, ਜਦੋਂ ਲੋਕਾਂ ਨੂੰ ਦਿਖਣ ਲੱਗਦਾ ਕਿ ਸਾਡਾ ਜੁਡੀਸ਼ੀਅਲ ਸਿਸਟਮ ਕਿਸੇ ਦੇ ਅਧੀਨ ਹੈ, ਤਾਂ ਉਦੋਂ ਕੀ ਖਤਰਾ ਵੱਧ ਸਕਦਾ ਹੈ? ਦੇਖੋ, ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਏਜੰਸੀਜ਼ ਹੈ, ਲੋਕਾਂ ਦਾ ਇਹਦਾ ਕੀ ਪ੍ਰਭਾਵ ਪੈਂਦਾ ਹੈ? ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਲੋਕਾਂ ਦਾ ਟਰਸਟ ਡੈਫਿਸਿਟ ਹੁੰਦਾ ਹੈ ਇਹਨਾਂ ਏਜੰਸੀਆਂ ਦੇ ਪ੍ਰਤੀ, ਜਿਹੜਾ ਏਜੰਸੀਆਂ ਐਕਚੁਅਲੀ ਲੋਕਾਂ ਦਾ ਦਿਲ ਜਿੱਤਣ ਵਾਸਤੇ ਹੈ, ਲੋਕਾਂ ਵਾਸਤੇ ਕੰਮ ਕਰਨ ਵਾਸਤੇ ਬਣੀਆਂ। ਅਗਰ ਉਹ ਕਿਸੇ ਦੇ ਕਹੇ ਤੇ ਪ੍ਰਲੋਭਨ 'ਚ ਜਾਂ ਵੈਂਡਟਾ ਦੇ ਵਿੱਚ ਜਾਂ ਸਰਕਾਰ ਦੇ ਜਿਹੜੀ ਪਾਰਟੀ ਦੀ ਸਰਕਾਰ ਹੈ ਉਹਦੇ ਕਹਿਣ ਤੇ ਕੰਮ ਕਰਦੀਆਂ ਹਨ, ਤਾਂ ਲੋਕ ਜਿਹੜੇ ਹੈਗੇ ਉਹਨਾਂ ਪਰ ਵਿਸ਼ਵਾਸ ਨਹੀਂ ਕਰਦੇ, ਨੰਬਰ 1। ਦੂਸਰੀ ਗੱਲ ਇਹ ਹੈ ਵੀ ਜਦ ਰੂਲਿੰਗ ਪਾਰਟੀ ਦੇ ਸੀਨੀਅਰ ਲੀਡਰ ਇਹ ਲੋਕਾਂ ਨੂੰ ਡਰਾਉਣ ਲੱਗਣ ਕਿ ਈਡੀ ਤੁਹਾਡੇ ਮਗਰ ਪਾ ਦਿਆਂਗੇ, ਤਾਂ ਡੈਫੀਨੇਟਲੀ
ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਇਹਨਾਂ ਏਜੰਸੀਆਂ ਤੋਂ ਉੱਠਦਾ ਹੈ। ਇਹਦੇ ਬਾਰੇ 2-3 ਵਾਰ ਇਹ ਗੱਲ ਹੋਈ ਹੈ ਕਿ ਇੱਕ ਆਟੋਨਮਸ ਆਰਗੇਨਾਈਜੇਸ਼ਨ, ਇੱਕ ਆਟੋਨਮਸ ਬੋਡੀ ਹੋਣੀ ਚਾਹੀਦੀ ਹੈ, ਸਟੈਚੂਟਰੀ ਬੋਡੀ ਹੋਣੀ ਚਾਹੀਦੀ ਹੈ, ਜਿਵੇਂ ਕਿ ਇਲੈਕਸ਼ਨ ਕਮਿਸ਼ਨ ਵਗੈਰਾ ਹੈਗਾ। ਔਰ ਇਹਨਾਂ 3-4 ਜਿਹੜੀਆਂ ਏਜੰਸੀਜ਼ ਹੈ ਇਹਨਾਂ ਨੂੰ ਉਹਦੇ ਅੰਡਰ ਉਹਦੇ ਰੈਗੂਲੇਟਰੀ ਅਥਾਰਟੀ ਦੇ ਅੰਡਰ ਹੋਣਾ ਚਾਹੀਦਾ ਹੈ, ਤਾਂ ਕਿ ਪੋਲੀਟੀਸ਼ੀਅਨ ਜਿਹੜੇ ਹੈਗੇ ਇੰਟਰਫੇਅਰ ਨਾ ਕਰਨ। ਲੇਕਿਨ ਉਹ ਜਿਹੜਾ ਹੈਗਾ ਨਹੀਂ ਹੋ ਸਕਿਆ। ਹੁਣ ਮੈਂ ਤੁਹਾਡੀ ਗੱਲ ਤੇ ਆਉਣਾ, ਜਿਹੜੀ ਜੁਡੀਸ਼ਰੀ ਦੀ ਗੱਲ ਹੈ ਜੀ, ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਔਰ ਕਈ ਕਨਵਿਕਸ਼ਨਸ ਵੀ ਹੋਈਆਂ ਕਿ ਜਿਸ ਤਰ੍ਹਾਂ ਦੇ ਲੋਅਰ ਜੁਡੀਸ਼ਰੀ ਦੇ ਵਿੱਚ ਜਾਂ ਹੋਰ ਜਗ੍ਹਾ ਕਰਪਸ਼ਨ ਦੇ ਕੇਸਿਸ ਆਉਂਦੇ ਆ, ਜਾਂ ਜਿਹੜੀ ਜੁਡੀਸ਼ਰੀ ਜਿਹਦੇ ਵਿੱਚ ਸਪੋਜ਼ ਟੂ ਬੀ ਫ੍ਰੀ ਐਂਡ ਫੇਅਰ ਇੰਡੀਪੈਂਡੈਂਟ, ਉਹ ਇੰਡੀਪੈਂਡੈਂਟ ਹੋਣ ਦੀ ਬਜਾਏ ਉਹ ਲਾਲਚ, ਪ੍ਰਲੋਭਨ, ਪੈਸਾ, ਇਹਨਾਂ ਸਾਰਿਆਂ ਚੀਜ਼ਾਂ ਦੇ ਵਿੱਚ ਕਈ ਵਾਰ ਫਸੀ ਨਜ਼ਰ ਆਉਂਦੀ ਹੈ। ਲੇਕਿਨ ਅਗਰ ਜੁਡੀਸ਼ਰੀ ਇਦਾਂ ਹੈਗੀ ਹੈ, ਔਰ ਜਿਹੜਾ ਕਿ ਇੱਕ ਬੜਾ ਇੰਪੋਰਟੈਂਟ ਅੰਗ ਹੈ ਸਟੇਟ ਦਾ, ਗਵਰਨਮੈਂਟ ਦਾ, ਅਗਰ ਉਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਨਹੀਂ ਰਹਿੰਦਾ, ਔਰ ਕਈ ਇਸ ਤਰ੍ਹਾਂ ਦੇ ਮੁਕੱਦਮਿਆਂ ਦੇ ਫੈਸਲੇ ਸਾਡੇ ਸਾਹਮਣੇ ਆਏ हैं ਜਿਹੜੇ ਕਿ ਲੱਗਦਾ ਹੈ ਬਿਲਕੁਲ ਬਾਇਸਡ ਹੋ ਕੇ ਇੱਕ ਪੱਖੀ ਦਿੱਤੇ ਗਏ हैं, ਔਰ ਉਹਨਾਂ ਦਾ ਅਖਬਾਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਚਰਚਾ ਹੋਈ ਹੈ, ਕ੍ਰਿਟਿਸਿਜ਼ਮ ਵੀ ਹੋਇਆ। ਤਾਂ ਇਸ ਸਿਚੁਏਸ਼ਨ ਦੇ ਵਿੱਚ ਜੁਡੀਸ਼ਰੀ ਨੂੰ ਵੀ ਡੈਫੀਨੇਟਲੀ ਇਹ ਸੋਚਣਾ ਪਏਗਾ ਕਿ ਲੈਜਿਸਲੇਚਰ ਤੇ ਐਗਜ਼ੈਕਟਿਵ ਦੇ ਨਾਲ ਨਾਲ ਅਗਰ ਜੁਡੀਸ਼ਰੀ ਵੀ ਇਸ ਤਰ੍ਹਾਂ ਹੀ ਬਾਇਸਡ ਹੋ ਕੇ ਫੈਸਲੇ ਦਿੰਦੀ ਹੈ ਤਾਂ ਸਾਡੀ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਸੁਰੱਖਿਅਤ ਨਹੀਂ ਹੈ। ਕਿਉਂਕਿ ਡੈਮੋਕ੍ਰੇਸੀ ਦਾ ਮਤਲਬ ਕੇਵਲ ਪਾਰਲੀਮੈਂਟ ਨਹੀਂ ਹੁੰਦਾ। ਡੈਮੋਕ੍ਰੇਸੀ ਦਾ ਮਤਲਬ ਜਿਹੜਾ ਹੈਗਾ ਇੰਡੀਪੈਂਡੈਂਟ ਜੁਡੀਸ਼ਰੀ ਵੀ ਹੁੰਦਾ, ਰੂਲ ਆਫ ਲਾਅ ਵੀ ਹੁੰਦਾ। ਔਰ ਅਗਰ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੈ ਤਾਂ ਰੂਲ ਆਫ ਲਾਅ ਵੀ ਨਹੀਂ ਹੈ। ਅਗਰ ਰੂਲ ਆਫ ਲਾਅ ਨਹੀਂ ਹੈ ਤਾਂ ਡੈਮੋਕ੍ਰੇਸੀ ਨਹੀਂ ਹੈ। ਇਸ ਕਰਕੇ ਮੈਂ ਇਹ ਕਹਾਂਗਾ ਕਿ ਇਹਨਾਂ ਦੇ ਉੱਪਰ ਇਹਨਾਂ ਨੂੰ ਸਟੈਚੂਟਰੀ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਆਟੋਨਮਸ ਤੇ ਇੰਡੀਪੈਂਡੈਂਟ ਬਣਾਇਆ ਜਾਵੇ ਕਿ ਕੋਈ ਵੀ ਸਰਕਾਰ, ਕਿਸੇ ਵੀ ਪਾਰਟੀ ਦੀ ਸਰਕਾਰ ਪਾਵਰ ਦੇ ਵਿੱਚ ਆਵੇ, ਲੇਕਿਨ ਉਹਨਾਂ ਨੂੰ ਉਹ ਧਮਕਾ ਨਾ ਸਕੇ, ਡਰਾ ਨਾ ਸਕੇ, ਆਪਣੇ ਮੁਤਾਬਕ ਉਹਨਾਂ ਨੂੰ ਇਸਤੇਮਾਲ ਨਾ ਕਰ ਸਕੇ। ਇਹ ਇਲਜ਼ਾਮ ਜਿਹੜੇ ਲੱਗ ਰਹੇ ਹੈ ਇਹ ਸਾਰੇ ਇਲਜ਼ਾਮ ਖਤਮ ਹੋ ਜਾਣਗੇ। ਲੇਕਿਨ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਇਹ ਕਾਫੀ ਔਖੀ ਗੱਲ ਹੈ। ਜਿਸ ਤਰ੍ਹਾਂ ਦਾ ਸਿਸਟਮ ਆਪਣਾ ਹੈਗਾ ਨਿਗਾਰ ਵੱਲ ਜਾ ਰਿਹਾ ਹੈ, ਔਰ ਜਿਸ ਤਰ੍ਹਾਂ ਦੀ ਇੱਕ ਅਜੀਬ ਕਿਸਮ ਦੀ ਜਿਹੜੀ ਡੈਮੋਕ੍ਰੇਸੀ ਹੈ, ਜਿਹਨੂੰ ਆਪਾਂ ਗਾਈਡਡ ਡੈਮੋਕ੍ਰੇਸੀ ਕਹਿ ਸਕਦੇ ਹਾਂ, ਉਸ ਤਰ੍ਹਾਂ ਦੀ ਸਾਡੇ ਸਾਹਮਣੇ ਆ ਰਹੀ ਹੈ। ਉਹ ਮੈਜੋਰਿਟੇਰੀਅਨ ਹੋਣਾ ਹੋਰ ਚੀਜ਼ ਹੁੰਦਾ ਹੈ, ਮੈਜੋਰਿਟੀ ਹੋਣਾ ਹੋਰ ਚੀਜ਼ ਹੁੰਦਾ ਹੈ। ਅਗਰ ਤੁਸੀਂ ਮੈਜੋਰਿਟੇਰੀਅਨ ਢੰਗ ਦੇ ਨਾਲ ਹਰ ਚੀਜ਼ ਥੋਪਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹ ਏਜੰਸੀਜ਼ ਦੇ ਹੱਕ ਦੇ ਵਿੱਚ ਵੀ ਨਹੀਂ ਹੈ, ਸਾਡੇ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਵੀ ਨਹੀਂ ਹੈ, ਔਰ ਅਲਟੀਮੇਟਲੀ ਸਾਡੇ ਦੇਸ਼ ਦੇ ਹੱਕ ਦੇ ਵਿੱਚ ਨਹੀਂ ਹੈ। ਉਹਦੇ ਨਾਲ ਹੀ ਆਪਾਂ ਦੇਖਿਆ ਅੱਜ ਹੀ ਫਿਗਰਸ ਆਈਆਂ ਕਿ ਹਿਊਮਨ ਜਿਹੜਾ HDI ਹੈ, ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਅਸੀਂ ਹੋਰ ਪਿੱਛੇ ਚਲੇ ਗਏ ਹਾਂ। ਅਸੀਂ 133ਵੇਂ ਨੰਬਰ ਤੇ ਆ ਗਏ ਹਾਂ। ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਹੋਰ ਥੱਲੇ ਜਾਵਾਂਗੇ। ਅਸੀਂ ਡੈਮੋਕ੍ਰੇਸਿਕ ਇੰਡੈਕਸ ਦੇ ਵਿੱਚ ਨੀਚੇ ਆ ਗਏ ਹਾਂ। ਅਸੀਂ ਰਿਲੀਜੀਅਸ ਟੋਲਰੈਂਸ ਦੇ ਇੰਡੈਕਸ ਤੇ ਨੀਚੇ ਕਿਤੇ ਦੀ ਕਿਤੇ ਚਲੇ ਗਏ ਹਾਂ। ਇਹ ਸਾਰੀਆਂ ਚੀਜ਼ਾਂ ਵੀ ਸੋਚਣੀਆਂ ਚਾਹੀਦੀਆਂ। ਅਸੀਂ 5ਵੀਂ ਲਾਰਜੈਸਟ ਇਕੋਨੋਮੀ ਤੋਂ ਬਣ ਗਏ ਹਾਂ, ਲੇਕਿਨ ਉਹ ਇਕੋਨੋਮੀ ਜਿਹੜੀ ਹੈਗੀ ਹੈ, ਕਿਆ ਉਹ ਡਿਸਟ੍ਰੀਬਿਊਟਿਵ ਇਕੋਨੋਮੀ ਹੈ? ਕਿਆ ਉਹ ਅਮੀਰ ਤੇ ਗਰੀਬ ਦੇ ਵਿੱਚ ਗੈਪ ਘੱਟ ਕਰਨ ਦੇ ਵਿੱਚ ਕਾਮਯਾਬ ਹੋਈ ਹੈ? ਉਹ ਤਾਂ ਵੱਧਦਾ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਚਲਾਉਣੀਆਂ ਪੈਣਗੀਆਂ। ਬਿਲਕੁਲ ਸਰ, ਇੱਕ ਗੱਲਬਾਤ ਦੇ ਦੌਰਾਨ ਹੀ ਮੇਰੇ ਦਿਮਾਗ 'ਚ ਗੱਲ ਆਈ ਕਿ ਜਦੋਂ ED ਦੀ ਰੇਡ ਹੁੰਦੀ ਹੈ ਜਾਂ CBI ਦੀ ਰੇਡ ਹੁੰਦੀ ਹੈ ਜਾਂ ਵਿਜੀਲੈਂਸ ਦੀ ਰੇਡ ਹੁੰਦੀ ਆ, ਉਹ ਵੱਡੇ ਰਾਜਨੀਤਿਕ ਲੋਕ ਜਾਂ ਵੱਡੇ ਬਿਜ਼ਨਸਮੈਨ ਉਹਦੇ ਵਿੱਚ ਸ਼ਾਮਿਲ ਹੁੰਦੇ ਆ, ਅਤੇ ਆਮ ਲੋਕਾਂ ਨੂੰ ਜਦੋਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿਤੇ, ਤਾਂ ਉਹ ਮੇਰੇ ਖਿਆਲ ਕਿਸੇ ਪੁਲਿਸ ਥਾਣੇ ਦੇ ਵਿੱਚ ਵੀ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਜਦੋਂ ਕਿਸੇ ਵੀ ਅਪਰਾਧ ਦੇ ਖਿਲਾਫ ਕਿਸੇ ਵੀ ਨਿਆਂ ਦੇ ਲਈ FIR ਦਰਜ ਕਰਵਾਉਣ ਜਾਂਦੇ ਆ ਕਿਸੇ ਥਾਣੇ 'ਚ, ਤਾਂ ਕਈ ਵਾਰੀ ਇਹ ਦੇਖਣ ਨੂੰ ਮਿਲਦਾ ਕਿ ਜੀ MLA ਦੇ ਪ੍ਰਭਾਵ ਦੇ ਹੇਠਾਂ ਜਾਂ ਕਿਸੇ ਹੋਰ ਵੱਡੇ ਲੀਡਰ ਦੇ ਪ੍ਰਭਾਵ ਦੇ ਹੇਠਾਂ ਉਹ FIR ਹੀ ਨਹੀਂ ਦਰਜ ਕੀਤੀ ਜਾਂਦੀ। ਅਤੇ ਉਹ ਵੀ ਉਸੇ ਤਰੀਕੇ ਦਾ ਕੰਮ ਹੈ ਜਿਵੇਂ ED ਜੇ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਹੈ, ਤਾਂ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਜਾਂ ਰਾਜਸਥਾਨ ਪੁਲਿਸ, ਜਿਹੜੇ ਵੀ ਸਟੇਟ ਦੀ ਪੁਲਿਸ ਹੈ, ਉਹ ਆਪਣੇ ਆਗੂਆਂ ਦੇ, ਪੰਜਾਬ ਦੇ ਆਗੂਆਂ ਦੇ, ਉਹਨਾਂ ਦੇ ਅਧੀਨ ਕੰਮ ਕਰ ਰਹੀ ਹੈ। ਅਤੇ ਪੰਜਾਬ ਦੇ ਆਮ ਲੋਕਾਂ ਨੂੰ ਮੈਨੂੰ ਲੱਗਦਾ ਕਿ ED ਨਾਲੋਂ ਵੱਧ ਜਾਂ CBI ਨਾਲੋਂ ਵੱਧ ਇਹਦਾ ਖਦਸ਼ਾ, ਉਹਨਾਂ ਨੂੰ ਇਹਦਾ ਖਤਰਾ ਹੁੰਦਾ ਅਤੇ ਇਹਦਾ ਨੁਕਸਾਨ ਝੱਲਣਾ ਪੈਂਦਾ। ਅਤੇ ਇਹਦਾ ਹੱਲ ਕੀ ਹੋ ਸਕਦਾ?
देखो मैं तो ये समझना कि पीपल गैट दी गवर्नमेंट दैट दे डिजर्व। हुण असी एक आम जिहड़ा वोटर है, आम इंसान जिहड़ा नॉर्मल सिटीजन जिहड़ा है, ਉਹਨਾਂ ਨੂੰ ਜਾਗਰੂਕ ਹੋਣਾ ਪਏਗਾ, ਉਹਨਾਂ ਨੂੰ ਸਮਝਣਾ ਪਏਗਾ ਵੀ ਇਹ ਸਿਸਟਮ 75 ਸਾਲ ਤੋਂ ਸਾਡੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਚੱਲ ਰਿਹਾ ਹੈ। ਅਸੀਂ ਗਲਤ ਬੰਦੇ ਜਿਹੜੇ ਨੇ ਉਹਨਾਂ ਨੂੰ ਇਲੈਕਟ ਕਰਨੇ ਆ, ਉਹਦੇ ਬਾਅਦ ਉਹ ਗਲਤ ਕੰਮ ਕਰਦੇ ਨੇ, ਕਰਪਸ਼ਨ ਕਰਦੇ ਨੇ, ਸਾਡੀ ਗੱਲ ਨਹੀਂ ਸੁਣਦੇ, ਉਹਦੇ ਬਾਅਦ ਅਸੀਂ ਰੋਂਦੇ ਪਿੱਟਨੇ ਆ, ਉਹ 5 ਸਾਲ ਨਿਕਲ ਜਾਂਦੇ ਨੇ। ਉਹਦੇ ਬਾਅਦ ਫਿਰ ਜਦੋਂ ਟਾਈਮ ਆਉਂਦਾ ਇਲੈਕਸ਼ਨਾਂ ਦਾ 2-3 ਮਹੀਨੇ ਪਹਿਲਾਂ ਫਿਰ ਉਹ ਐਕਟਿਵ ਹੋ ਜਾਂਦੇ ਨੇ। ਫਿਰ ਅਸੀਂ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਉਹਦੇ ਵਿੱਚ ਆ ਕੇ ਅਸੀਂ ਫਿਰ ਉਹਨਾਂ ਨੂੰ ਵੋਟ ਦਿੰਦੇ ਰਹੇ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ। ਇਟ ਇਜ਼ ਅ ਸਾਈਕਲ ਵਿਚ ਇਜ਼ ਗੋਇੰਗ ਔਨ ਇਨ ਮੋਸਟ ਆਫ ਦੀ ਸਟੇਟਸ। ਇਟ ਇਜ਼ ਅ ਫੈਕਟ ਕਿ ਕਰਪਟ ਨੇਸ਼ਨ ਕੈਨ ਨੈਵਰ ਬੀ ਅ ਰਿਚ ਨੇਸ਼ਨ। ਹੁਣ ਜਿਹੜੀ ਸਾਡੀ ਡਿਵੈਲਪਮੈਂਟ ਅਤੇ ਗਰੋਥ ਦੀ ਸਪੀਡ ਹੋਣੀ ਚਾਹੀਦੀ ਸੀ, ਉਹ ਅਨਫੋਰਚੂਨੇਟਲੀ ਤੁਸੀਂ ਇਹ ਇਮੈਜਿਨ ਕਰੋ ਕਿ 80 ਕਰੋੜ ਯੂਥ ਬਿਲੋ ਦੀ ਏਜ ਆਫ 35 ਜਿਹੜੇ ਦੇਸ਼ ਦੇ ਵਿੱਚ ਹੋਏ। ਚਾਈਨਾ ਦੀ ਜਿਹੜੀ ਹੈ ਉਹ ਡਿਕਲਾਈਨਿੰਗ ਔਰ ਏਜਿੰਗ ਪਾਪੂਲੇਸ਼ਨ, ਜਾਪਾਨ ਦੀ ਏਜਿੰਗ ਪਾਪੂਲੇਸ਼ਨ, ਦੂਜੇ ਸਾਰੇ ਕੰਟਰੀ ਜਿਹੜੇ ਨਾ ਦੇ ਆਰ ਗੋਇੰਗ। ਅਸੀਂ ਵੀ ਆਰ ਏ ਵੈਰੀ ਯੰਗ ਨੇਸ਼ਨ ਲਿਟਰਲੀ। और ਇਹੋ ਜਿਹੇ ਯੂਥ ਹੋਏ, 140 ਕਰੋੜ ਦੀ ਆਬਾਦੀ ਹੋਏ, ਔਰ ਉਹਦੇ ਬਾਅਦ 40% ਆਫ ਦੀ ਚਿਲਡਰਨ ਆਰ ਮੈਲ ਨਿਊਟ੍ਰੀਸ਼ਨਸ। ਇਹ 70 ਤੋਂ 80% ਲੋਕਾਂ ਨੂੰ ਕਲੀਨ ਡਰਿੰਕਿੰਗ ਵਾਟਰ ਨਾ ਮਿਲੇ। ਮੋਸਟ ਆਫ ਦੀ ਪ੍ਰੋਬਲਮਸ ਰਿਲੇਟਡ ਵਿਦ ਸਟਮਕ because the drinking water being bad are in India. You think of any disease, ਉਹ ਇੱਕਦਮ ਜਿਹੜਾ ਬਿਕਾਜ਼ ਮੈਲ ਨਿਊਟ੍ਰੀਸ਼ਨ ਹੈ, ਇਸ ਕਰਕੇ ਸਾਨੂੰ ਅਟੈਕ ਕਰਦੀ ਹੈ। ਅਸੀਂ ਡੇਂਗੂ ਤੋਂ ਚੂਝਦੇ ਨਿਕਲਦੇ ਹਾਂ ਅਤੇ ਅਸੀਂ ਦੂਜੀ ਬਿਮਾਰੀ ਵੱਲ ਲੱਗ ਪੈਂਦੇ ਹਾਂ, ਤੀਜੀ ਵੱਲ ਲੱਗ ਪੈਂਦੇ। ਅਸੀਂ ਮਤਲਬ ਇੰਡੀਅਨ ਆਰ ਨਾਟ ਹੈਲਦੀ ਇਨ ਜਨਰਲ। ਦੂਜੀ ਗੱਲ ਜਿਹੜੀ ਖਾਲਿਦ ਮੁਹੰਮਦ ਸਾਹਿਬ ਨੇ ਕਹੀ ਸੀ, ਉਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਹਰ ਸਾਲ ਇੰਨੇ ਬਿਲੀਅਨਰ ਐਡ ਕਰਨੇ ਆ, ਦੁਨੀਆ ਦੇ ਸਾਰਿਆਂ ਨਾਲੋਂ ਜ਼ਿਆਦਾ ਬਿਲੀਅਨਰ ਅਸੀਂ ਐਡ ਕਰਨੇ ਆ ਹਰ ਸਾਲ। ਪਰ ਉਹਦੇ ਨਾਲ ਨਾਲ ਜਿਹੜੀ ਬਿਲੋ ਪਾਵਰਟੀ ਜਾਂ ਡੈਸਟੀਚਿਊਟ ਜਿਹੜੇ ਲੋਕ ਨੇ, ਉਹਨਾਂ ਦਾ ਨੰਬਰ ਇੰਨਾ ਕਿਉਂ ਵੱਧ ਰਿਹਾ ਹੈ? ਦੇਖੋ ਨਾ, ਹੋਣਾ ਤਾਂ ਇਹ ਚਾਹੀਦਾ ਹੈ ਵੀ ਇਹ ਜਿਹੜੀ ਇਹ ਪਿਰਾਮਿਡ ਇਹਨੂੰ ਤੁਸੀਂ ਫਲੈਟ ਕਰੋ, ਤੁਸੀਂ ਇਸ ਤਰ੍ਹਾਂ ਨਾ ਕਰੋ। ਜਿੰਨੇ ਹੇਠਾਂ ਵਾਲੇ ਬੰਦੇ ਨੇ ਉਹਨਾਂ ਨੂੰ ਉੱਪਰ ਲਾਓ। ਆਏ ਨੇ ਲੋਕੀ ਹੇਠੋਂ, ਦੇਰ ਇਜ਼ ਨੋ ਡਾਊਟ ਅਬਾਊਟ ਇਟ ਕਿ ਡੈਸਟੀਚਿਊਟ ਜਿਹੜੇ ਨੇ, ਬਿਲੋ ਪਾਵਰਟੀ ਲਾਈਨ ਵਾਲੇ ਜਿਹੜੇ ਉੱਪਰ ਆਏ ਨੇ, ਔਰ ਇਹ ਨਾਰਮਲ ਪ੍ਰੋਸੈਸ ਹੈ। ਗਰੋਇੰਗ ਇਕਾਨਮੀ, ਗਰੋਇੰਗ ਡਿਵੈਲਪਿੰਗ ਇਕਾਨਮੀ 'ਚ ਹੋਏਗਾ ਹੀ, ਲੋਕੀ ਉੱਪਰ ਆਉਣਗੇ, ਲੋਕਾਂ ਦੀ ਆਮਦਨ ਵਧੇਗੀ। ਪਰ ਉਹ ਜੇ ਨੰਬਰ ਤੁਹਾਡਾ ਜਿਹੜਾ ਹੇਠਾਂ ਡੈਸਟੀਚਿਊਟ ਜਿਹੜੇ ਨੇ ਔਰ 40% ਬਿਲੋ ਪਾਵਰਟੀ ਲਾਈਨ ਨੇ, ਉਹ ਬੰਦਿਆਂ ਜੇ ਨੰਬਰ ਨਹੀਂ ਰਿਡਿਊਸ ਹੁੰਦਾ ਤੇ ਇਹਦਾ ਮਤਲਬ ਵੀ ਆਰ ਸਟਿਲ ਏ ਪੂਅਰ ਕੰਟਰੀ। HDI ਦੇ ਵਿੱਚ ਅੱਜ ਹੀ ਰਿਪੋਰਟ ਸੀ, ਖਾਲਿਦ ਮੁਹੰਮਦ ਸਾਹਿਬ ਨੇ ਵੀ ਕਿਹਾ, ਇਹਦੇ 'ਚ ਬੜੀ ਸ਼ਰਮ ਦੀ ਗੱਲ ਹੈ ਵੀ ਦੂਜੇ ਕੰਟਰੀ ਜਿਹੜੇ ਨੇ ਉਹ ਸਾਡੇ ਨਾਲੋਂ ਬੈਟਰ ਨੇ। ਬੰਗਲਾਦੇਸ਼ ਇਜ਼ ਬੈਟਰ ਦੈਨ ਅਸ ਜੀ, ਹੈ ਨਾ। ਹੁਣ ਇਹੋ ਜਿਹੀਆਂ ਗੱਲਾਂ ਜੇ ਤੁਸੀਂ ਸੋਚੋ ਵੀ ਵਾਟ ਕਾਈਂਡ ਆਫ ਡੈਮੋਕ੍ਰੇਸੀ ਆਰ ਵੀ, ਕਿਆ ਇਹ ਗਾਈਡਡ ਦੀ ਬਜਾਏ ਮੈਂ ਕਿਹਾ ਡਿਲੂਟਡ, ਡਿਸਟਾਰਟਡ ਟਾਈਪ ਆਫ ਡੈਮੋਕ੍ਰੇਸੀ, ਜਿਹਦੇ ਵਿੱਚ ਕਿਸੇ ਚੀਜ਼ ਨੂੰ ਕਿਸੇ ਤਰੀਕੇ ਨਾਲ ਵੀ ਕੋਈ ਵੀ ਚਾਹੇ ਉਹ ਕਰ ਸਕਦਾ ਜਿਹਦੇ ਕੋਲ ਮੈਜੋਰਿਟੀ ਹੈ। ਸੋ ਇਹ ਸ਼ਾਇਦ ਇਹ ਸੋਚਣ ਦਾ ਲੋੜ ਹੈ ਕਿ ਇਹ ਤਰੀਕਾ ਜਿਹੜਾ ਗਵਰਨੈਂਸ ਦਾ ਸੀ, ਇਹ ਤਾਂ ਫੈਕਟ ਹੈ ਨਾ ਕਿ ਅਸੀਂ ਇਨਹੈਰਿਟ ਕੀਤੀ ਵਨ ਆਫ ਦੀ ਬੈਸਟ ਗਵਰਨੈਂਸ ਇਨ ਦੀ ਵਰਲਡ। ਉਹ ਕਲੈਕਟਰ ਸਿਸਟਮ ਅਤੇ ਰੈਵਨਿਊ ਦੇ ਸਿਸਟਮ ਅਤੇ ਇਹ ਅਤੇ ਉਹ ਸਿਸਟਮ ਅਸੀਂ ਅਜੇ ਵੀ ਉਹਨਾਂ ਨੂੰ ਯੂਜ਼ ਕਰ ਰਹੇ ਹਾਂ, ਬੜੇ ਵਧੀਆ ਸਿਸਟਮ ਸਨ। ਬਟ ਉਹਦੇ ਬਾਵਜੂਦ ਹੈਵਿੰਗ ਦੀ ਬੈਸਟ ਗਵਰਨੈਂਸ ਸਿਸਟਮ ਵੀ ਆਰ ਸਟਿਲ ਪੂਅਰਲੀ ਗਵਰਨਡ। ਇਹਦਾ ਮਤਲਬ ਦੀ ਕੁਆਲਿਟੀ ਆਫ ਲੀਡਰਸ ਵਿਚ ਵੀ ਹੈਵ, ਦੀ ਕੁਆਲਿਟੀ ਆਫ ਜਿਹੜੇ ਸਿਆਸਤਦਾਨ ਸਾਡੇ ਨੇ, ਉਹ ਦੇਰ ਇਜ਼ ਨਥਿੰਗ ਰੋਂਗ ਵਿਦ ਦੀ ਐਡਮਿਨਿਸਟ੍ਰੇਟਰਸ। ਮੈਂ ਸਮਝਣਾ ਬਿਊਰੋਕਰੈਟ ਤੇ ਉਹੀ ਕਰੇਗਾ ਜੋ ਉਹਦਾ ਪੋਲੀਟੀਕਲ ਬਾਸ ਉਹਨੂੰ ਕਰਨ ਨੂੰ ਚਾਹੁੰਦਾ। ਇਹ ਸਾਰੇ ਉਹਦੇ ਰੰਗ ਵਿੱਚ ਰੱਜ ਜਾਂਦੇ ਨੇ 5 ਸਾਲਾਂ ਵਾਸਤੇ, ਔਰ ਬਿਊਰੋਕਰੈਟ ਵੀ ਜਿਹੜੇ ਨੇ ਕਰਪਟ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਊਰੋਕਰੇਸੀ ਇਜ਼ ਕਰਪਟ, ਜੁਡੀਸ਼ਰੀ ਤੇ ਬੜੀ ਉਮੀਦ ਹੁੰਦੀ ਸੀ ਆਮ ਆਦਮੀ ਨੂੰ ਕਿ ਮੈਨੂੰ ਹੋਰ ਕਿਧਰੋਂ ਨਹੀਂ ਤੇ ਇੱਥੋਂ ਦਾ ਨਿਆਂ ਮਿਲੇਗਾ ਹੀ ਮਿਲੇਗਾ। ਅਨਫੋਰਚੂਨੇਟਲੀ ਇਹ ਸਟੇਜ ਇਜ਼ ਕਮਿੰਗ, values in every system are declining so badly or so rapidly ਕਿ ਲੱਗਦਾ ਹੈ ਕਿ ਜੁਡੀਸ਼ਰੀ ਦੇ ਵਿੱਚ ਵੀ ਇਹੋ ਜਿਹਾ ਮਤਲਬ ਓਨਾ ਫੇਅਰ ਨਹੀਂ ਰਿਹਾ ਜਿੰਨਾ। ਦੇਰ ਵਾਜ਼ ਅ ਟਾਈਮ ਅਮਨਦੀਪ ਜੀ ਕਿ ਜਦੋਂ ਜੁਡੀਸ਼ਰੀ ਇੱਕ ਰਿਪੋਰਟ ਆਉਂਦੀ ਸੀ ਨਾ ਨਿਊਜ਼ਪੇਪਰ ਦੇ ਵਿੱਚ, ਪ੍ਰਿੰਟਡ ਮੀਡੀਆ ਦੇ ਵਿੱਚ, ਅਤੇ ਉਹ ਜੱਜ ਦੇ ਕੋਲ ਪੇਸ਼ ਕੀਤੀ ਜਾਂਦੀ ਅਤੇ ਜੱਜ ਉਹਨੂੰ ਕਹਿੰਦਾ ਸੀ ਵੀ ਆਹ ਠੀਕ ਆ, ਪੇਪਰ 'ਚ ਲਿਖਿਆ ਵੀ ਔਰ ਅੰਗਰੇਜ਼ੀ ਦੇ ਅਖਬਾਰ 'ਚ ਆਇਆ। ਨਾਓ ਲੁੱਕ ਐਟ ਦੀ ਰੋਲ ਆਫ ਮੀਡੀਆ।
what is media doing it? Media is a part of the entire circus. ਇਹ ਪੂਰੇ ਸਿਸਟਮ ਦਾ ਹਿੱਸਾ ਬਣ ਗਿਆ ਮੀਡੀਆ. ਮੀਡੀਆ ਟੇਕਸ ਸਾਈਡਸ. ਕਿਉਂ? ਮੀਡੀਆ ਜਿਹੜਾ ਉਹ ਵਿਕਿਆ ਹੋਇਆ ਇਨ ਸੈਂਸ ਆਈ ਡੋਂਟ ਮੀਨ ਕਿ ਮੀਡੀਆ ਦੇ ਲੋਕ ਵਿਕੇ ਹੋਏ ਨੇ. ਮੇਰਾ ਮਤਲਬ ਹੈ ਵੀ ਜਿਹੜੇ ਮੀਡੀਆ ਹਾਊਸਿਸ ਨੇ, ਚਾਹੇ ਉਹ ਪ੍ਰਿੰਟ ਹੋਏ ਚਾਹੇ ਇਲੈਕਟ੍ਰੋਨਿਕ ਹੋਏ, ਇਟ ਇਜ਼ ਓਨਡ ਬਾਈ ਦੀ ਬਿਗ ਬਿਜ਼ਨਸ ਹਾਊਸਿਸ. ਉਸ ਬਿਜ਼ਨਸ ਹਾਊਸ ਦੀ ਪਾਲਿਸੀ ਜਾਂ ਉਸ ਬਿਜ਼ਨਸ ਹਾਊਸ ਦਾ ਜੋ ਚਾਹੁੰਦਾ ਹੈ, ਉਹਦੇ ਐਂਕਰ ਜਿਹੜੇ ਉਹਦੇ ਕੋਲੋਂ ਤਨਖਾਹ ਲੈਂਦੇ ਨੇ, ਉਹ ਕਿਉਂ ਨਹੀਂ ਕਰਨਗੇ ਉਹ? ਜੀ. So the newspapers and the other, as long as they continue to be owned by big business people, business tycoons, ਉਹੀ own ਕਰਨਗੇ ਤੇ ਉਹਨਾਂ ਦਾ ਹੀ ਉਹ ਸਿਸਟਮ ਚੱਲੇਗਾ. ਮੇਰਾ ਖਿਆਲ ਹੈ ਕਿ ਪ੍ਰੈਜ਼ੈਂਟ ਹਾਲਾਤ ਦੇ ਵਿੱਚ ਮੀਡੀਆ ਹੈਜ਼ ਏ ਵੈਰੀ ਪਾਵਰਫੁਲ ਐਂਡ ਵੈਰੀ ਇੰਪੋਰਟੈਂਟ ਰੋਲ ਟੂ ਪਲੇ. ਹੁਣ ਜਿਵੇਂ ਪਿੱਛੇ ਗੱਲਬਾਤ ਹੋ ਰਹੀ ਸੀ ਆ ਲਿਕਰ ਪਾਲਿਸੀ ਦੀ, ਪੰਜਾਬ ਦੀ ਲਿਕਰ ਪਾਲਿਸੀ ਦੀ, ਮੇਰਾ ਖਿਆਲ ਹੈ ਮੀਡੀਆ ਨੂੰ ਇਹਨੂੰ ਕਟਘਰੇ 'ਚ ਧਰਨਾ ਚਾਹੀਦਾ. ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਰਾਈਟ ਟਾਈਮ ਕਿ ਭਗਵੰਤ ਮਾਨ ਸਾਹਿਬ ਨੂੰ, CM ਸਾਹਿਬ ਨੂੰ ਕਿਉਂ ਨਾ ਸਾਹਮਣੇ ਆਉਣ TV ਦੇ ਉੱਤੇ ਆ ਕੇ ਜਾਂ ਇੰਟਰਵਿਊ ਦੇ ਵਿੱਚ ਕਿਧਰੇ ਆ ਕੇ ਦੱਸਣ, ਆਪਣੀ ਟਰਾਂਸਪੇਰੈਂਸੀ ਉਸ ਪਾਲਿਸੀ ਨੂੰ ਐਕਸਪਲੇਨ ਕਰਨ ਕਿ ਵੀ ਆਹ ਹੈ ਪਾਲਿਸੀ, ਜੇ ਇਹਦੇ 'ਚ ਗਲਤੀ ਹੈ ਕੁਛ ਤੇ ਮੈਂ ਇਹਨੂੰ ਸੁਧਾਰਨ ਨੂੰ ਤਿਆਰ ਹਾਂ. ਦੈਟ ਇਜ਼ ਦੀ ਰਾਈਟ ਥਿੰਗ ਟੂ ਡੂ. ਪਰ ਇਹ ਜਿਹੜੀ ਈਗੋ ਹੈ ਪੋਲੀਟੀਸ਼ੀਅਨ ਦੀ, ਈਗੋ ਬਿਜ਼ਨਸਮੈਨ ਦੀ, ਵੱਡੇ ਬਿਜ਼ਨਸਮੈਨ ਦੀ, ਤੇ ਈਗੋ IAS ਅਫਸਰ ਦੀ, ਬਿਊਰੋਕਰੈਟ ਦੀ, ਇਹ ਸਾਰੀਆਂ ਚੀਜ਼ਾਂ ਜਿਹੜੀ ਨਾ ਦੇ ਡੋਂਟ ਜੈਲ ਇਨ ਡੈਮੋਕ੍ਰੈਟਿਕ ਸਿਸਟਮ. ਸੋ ਸਾਡੀ ਡੈਮੋਕ੍ਰੇਸੀ ਜਿਹੜੀ ਹੈ ਡਿਲੂਟਡ ਹੈ, ਡਿਸਟਾਰਟਡ ਹੈ, ਗਾਈਡਡ ਤੇ ਹੋਣੀ ਚਾਹੀਦੀ ਸੀ, ਪਰ ਸਿਸਟਮ ਮੇਰਾ ਖਿਆਲ ਹੈ ਉਹਨਾਂ ਵਧੀਆ ਨਹੀਂ. ਅਨਫੋਰਚੂਨੇਟਲੀ ਇਹਦੇ 'ਚ ਕੁਝ ਮਿਨੀ ਸਕੂਲ, ਬਹੁਤ ਥੋੜ੍ਹੇ ਲੋਕ ਇਹੋ ਜਿਹੇ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਕਰੈਕਟਰ ਵਾਲੇ ਤੇ ਜਿਹੜੇ ਅਬਵ ਬੋਰਡ ਹੋ ਕੇ ਕੁਛ ਡਿਸੀਜ਼ਨ ਲੈਂਦੇ ਨੇ. ਅਸੀਂ ਸੈਸ਼ਨ ਸਾਹਿਬ ਦਾ ਨਾਮ ਹੈ ਕਦੇ ਨਹੀਂ ਭੁੱਲ ਸਕਦਾ. ਆਈ ਕੈਨ ਕੋਟ ਤੇਜਿੰਦਰ ਖੰਨਾ ਵਰਗਾ ਬੰਦਾ, ਜਗਮੋਹਨ, ਇਹੋ ਜਿਹੇ ਕੁਝ IAS ਹਰ ਡਿਪਾਰਟਮੈਂਟ ਦੇ ਵਿੱਚ, ਹਰ ਸਿਸਟਮ ਦੇ ਵਿੱਚ ਅੱਛੇ ਡਾਕਟਰ ਮਨਮੋਹਨ ਸਿੰਘ ਤੇ ਅਟਲ ਬਿਹਾਰੀ ਵਾਜਪੇਈ ਸਾਹਿਬ ਨੂੰ ਵੀ ਲੋਕ ਯਾਦ ਕਰਦੇ ਨੇ, ਹੈ ਨਾ. ਸੋ ਇਹੋ ਜਿਹਾ ਸਿਸਟਮ ਹੈ ਤੇ ਇਹਦੇ 'ਚ ਤਾਂ ਆਪਣੇ ਆਪ ਨੂੰ ਹੀ ਸੁਧਾਰਨਾ ਪਏਗਾ, ਤਾਂ ਹੀ ਸਿਸਟਮ ਅੱਗੇ ਵਧੇਗਾ. ਬਿਲਕੁਲ ਸਰ, ਪੂਰੀ ਗੱਲਬਾਤ ਦੇ ਵਿੱਚ ਇੱਕ ਨਤੀਜਾ ਤਾਂ ਨਿਕਲਿਆ ਕਿ ਇਹ ਸਾਰੇ ਕਾਸੇ ਦੀ ਜੜ ਕਰਪਸ਼ਨ ਹੈ. ਜੇ ਕਰਪਸ਼ਨ ਨਾ ਹੋਵੇ ਤਾਂ ਕੋਈ ਵੀ ਇੰਸਟੀਟਿਊਸ਼ਨ ਉਹਦੇ ਤੇ ਆਰੋਪ ਨਾ ਲੱਗਣ ਕਿ ਉਹ ਕਿਸੇ ਪਾਸੇ ਹੋ ਰਿਹਾ ਜਾਂ ਕਿਸੇ ਇੱਕ ਪਾਸੜ ਗੱਲ ਕਰ ਰਿਹਾ. ਸਣੇ ਮੀਡੀਆ, ਜੇ ਆਪਾਂ ਗੱਲ ਕਰਦੇ ਹਾਂ, ਤੁਸੀਂ ਮੀਡੀਆ ਤੇ ਸਵਾਲ ਚੱਕਿਆ ਕਿ ਮੀਡੀਆ ਦੇ ਵੀ, ਮੀਡੀਆ ਹਾਊਸਿਸ ਆ ਜਿਹੜੇ, ਉਹਨਾਂ ਨੂੰ ਵੀ ਜਦੋਂ ਇੱਕ ਪਾਸੇ ਕਰਕੇ ਦੇਖਿਆ ਜਾਂਦਾ, ਜਦੋਂ ਉਹਨਾਂ ਨੂੰ ਦੇਖਿਆ ਜਾਂਦਾ ਕਿ ਕਿਸੇ ਇੱਕ ਪਾਸੇ ਦੀ ਗੱਲ ਕਰਦੇ ਆ, ਤਾਂ ਮੈਨੂੰ ਲੱਗਦਾ ਇਹਦੇ ਤੋਂ ਵੱਧ ਮਾੜਾ ਸਮਾਂ ਮੀਡੀਆ ਲਈ ਕੋਈ ਹੋ ਨਹੀਂ ਸਕਦਾ. ਜਿਸ ਸਮੇਂ ਦੇ ਵਿੱਚ ਇਹ ਕਿਹਾ ਜਾਵੇ ਕਿ ਮੀਡੀਆ ਕਿਹੜੇ ਪਾਸੇ ਹੈ, ਜਿਸ ਵੇਲੇ ਇਹ ਸਵਾਲ ਪੁੱਛਿਆ ਜਾਵੇ. ਤੇ ਅੱਜ ਦੀ ਜੇ ਗੱਲ ਕਰੀਏ, ਹੁਣ ਪ੍ਰੋਬਲਮ ਸਾਨੂੰ ਪਤਾ ਲੱਗ ਗਈ ਹੈ ਕਿ ਕਰਪਸ਼ਨ ਵੱਡੀ ਪ੍ਰੋਬਲਮ ਹੈ, ਕਰਪਸ਼ਨ ਸਾਰੀਆਂ ਪ੍ਰੋਬਲਮਸ ਦੀ ਜੜ ਹੈ. ਤੇ ਜੇ ਕਰਪਸ਼ਨ ਨੂੰ ਖਤਮ ਕਰਨਾ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ, ਸਾਡੀ ਨਵੀਂ ਪੀੜ੍ਹੀ ਨੂੰ ਕੀ ਕਰਨਾ ਪਊਗਾ, ਸਾਡਾ ਯੂਥ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਅਜੇ ਪੜ੍ਹ ਰਿਹਾ ਹੈ, ਜਿਹੜਾ ਪੰਜਾਬ, ਜਿਹੜਾ ਹਿੰਦੁਸਤਾਨ ਬਣ ਰਿਹਾ ਹੈ, ਅਜੇ ਬਣਨ ਦੇ ਪ੍ਰੋਸੈਸ ਦੇ ਵਿੱਚ ਹੈ, ਤੇ ਉਹਨਾਂ ਨੂੰ ਕੀ ਕਰਨਾ ਪਊਗਾ? ਮੁਹੰਮਦ ਖਾਲਿਦ ਸਾਹਿਬ, ਕਿਉਂਕਿ ਤੁਸੀਂ ਯੂਨੀਵਰਸਿਟੀ ਦੇ ਵਿੱਚੋਂ, ਤੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਜਿਹੜੇ ਨਵੇਂ ਆ ਰਹੇ ਆ, ਤੇ ਉਹਨਾਂ ਨੂੰ ਵੀ ਇੱਕ ਰੋਸ ਤਾਂ ਹੈ ਇਹਨਾਂ ਇੰਸਟੀਟਿਊਸ਼ਨਸ ਦੇ ਪ੍ਰਤੀ, ਇਹਨਾਂ ਪੋਲੀਟੀਸ਼ੀਅਨਸ ਦੇ ਪ੍ਰਤੀ, ਇਹਨਾਂ ਬਿਊਰੋਕਰੈਟਸ ਦੇ ਪ੍ਰਤੀ ਇੱਕ ਗੁੱਸਾ ਉਹਨਾਂ ਦੇ ਵਿੱਚ ਪਨਪ ਰਿਹਾ ਹੈ. ਪਰ ਉਹ ਗੁੱਸੇ ਨੂੰ ਕਿਵੇਂ ਕੱਢਿਆ ਜਾ ਸਕਦਾ, ਕਿਵੇਂ ਚੈਨਲਾਈਜ਼ ਕੀਤਾ ਜਾ ਸਕਦਾ, ਤੇ ਕਿਵੇਂ ਇੱਕ ਇਹੋ ਜਿਹਾ ਰਾਹ ਦਿਖਾਇਆ ਜਾ ਸਕਦਾ ਕਿ ਹਿੰਦੁਸਤਾਨ ਤੇ ਪੰਜਾਬ ਇੱਕ ਵਧੀਆ ਭਵਿੱਖ ਵੱਲ ਤੁਰੇ? ਦੇਖੋ, ਇੱਦਾਂ ਹੈਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਕਰਪਸ਼ਨ ਦੀ ਕੁੱਖ 'ਚ ਬੈਠੀ ਹੈ ਉਹ ਹੈਗੀ ਹੈ ਰਾਜਨੀਤਿਕ ਬੇਈਮਾਨੀ. ਬੇਈਮਾਨਾਂ ਦੇ ਹੱਥ ਦੇ ਵਿੱਚ ਰਾਜਨੀਤੀ ਆ ਜਾਣਾ ਜੀ. ਤੁਸੀਂ ਇਲੈਕਸ਼ਨ ਨੂੰ ਕਰਪਸ਼ਨ ਤੋਂ ਪਰੇ ਕਰ ਦਿਓ, ਇਲੈਕਸ਼ਨ ਦੇ ਵਿੱਚ ਮਸਲ ਪਾਵਰ ਤੇ ਮਨੀ ਪਾਵਰ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਅਗਰ ਨਫੀ ਕਰ ਦਿਓ, ਘਟਾ ਦਿਓ, ਖਤਮ ਕਰ ਦਿਓ, ਤਾਂ ਅੱਧੀ ਕਰਪਸ਼ਨ ਉਸੇ ਵੇਲੇ ਖਤਮ ਹੋ ਜਾਏਗੀ. ਕਿਉਂਕਿ ਜਿਹੜੀ ਇਲੈਕਸ਼ਨ ਦੇ ਵਿੱਚ ਕਰਪਸ਼ਨ ਹੁੰਦੀ ਹੈ, ਇਹ ਸਮਝ ਲਓ ਸਾਰੀ ਕਰਪਸ਼ਨਾਂ ਦੀ ਮਾਂ ਹੈ. ਜਿੰਨਾ ਜ਼ਿਆਦਾ ਪੈਸਾ ਇਸਤੇਮਾਲ ਹੁੰਦਾ ਹੈ ਔਰ ਜਿਸ ਤਰੀਕੇ ਦੇ ਨਾਲ ਉਹ ਪੈਸਾ ਇਕੱਠਾ ਕੀਤਾ ਜਾਂਦਾ ਹੈ ਔਰ ਉਸ ਪੈਸੇ ਦੇ ਨਾਲ ਲੋਕਾਂ ਨੂੰ ਖਰੀਦਿਆ ਜਾਂਦਾ ਹੈ, ਲੋਕ ਸਮਝਦੇ ਹੈ ਕਿ ਇਹੀ ਨਾਰਮਲ ਚੀਜ਼ ਹੈ, ਡੈਮੋਕ੍ਰੇਸੀ ਵਾਸਤੇ ਨਾਰਮਲ ਚੀਜ਼ ਹੈ ਜੀ. ਔਰ ਜਦ ਲੋਕ ਇਹ ਸਮਝਣ ਲੱਗ ਗਏ ਹੈ ਤਾਂ ਫਿਰ ਉਹਨਾਂ ਵਾਸਤੇ ਕਰਪਸ਼ਨ ਕੋਈ ਖਾਸ ਚੀਜ਼ ਰਹੀ। ਉਹ ਕਹਿੰਦੇ ਠੀਕ ਹੈ, ਕੋਈ ਨਹੀਂ, ਸਭ ਕੁਝ ਚੱਲਦਾ ਹੈ, ਕੰਮ ਕਢਾਓ ਆਪਣਾ.
ਦੂਸਰੀ ਚੀਜ਼ ਇਹ ਹੈਗੀ ਹੈ ਕਿ ਆਪਣਾ ਵੈਲਿਊ ਸਿਸਟਮ, ਜਿਹੜਾ ਕਿ ਕੋਈ ਜ਼ਮਾਨਾ ਹੁੰਦਾ ਸੀਗਾ ਕਿ ਅਗਰ ਪਤਾ ਲੱਗ ਜਾਂਦਾ ਤਾਂ ਕੋਈ ਵਿਅਕਤੀ ਰਿਸ਼ਵਤ ਲੈਂਦਾ ਤਾਂ ਗੁਆਂਢੀ ਜਿਹੜੇ ਸੀਗੇ ਜਾਂ ਹੋਰ ਉਹਦੇ ਬਾਰੇ 200 ਗੱਲਾਂ ਕਰਦੇ थे। ਅੱਜ ਉਲਟ ਹੈ, ਜਿਹੜਾ ਕੋਈ ਰਿਸ਼ਵਤ ਵਗੈਰਾ ਨਹੀਂ ਲੈਂਦਾ, ਪੈਸੇ ਨਹੀਂ ਬਣਾ ਰਿਹਾ, ਉਹ ਕਹਿੰਦਾ ਵੀ ਇਦਾਂ ਹੈਗਾ ਵੀ ਇਹਨੂੰ ਮੌਕਾ ਨਹੀਂ ਮਿਲਿਆ ਹੋਣਾ, ਅਦਰਵਾਈਜ਼ ਛੱਡਦਾ ਤਾਂ ਕੌਣ ਹੈ। ਇਹ ਜਿਹੜਾ ਵੈਲਿਊ ਸਿਸਟਮ ਦੇ ਵਿੱਚ ਚੇਂਜ ਆਈ ਹੈ ਓਵਰ ਦਾ ਲਾਸਟ 70 ਈਅਰਸ, ਉਹ ਵੈਲਿਊ ਸਿਸਟਮ ਜਿਹੜਾ ਹੈਗਾ ਉਹਨੂੰ ਸੁਧਾਰਨ ਦੀ ਲੋੜ ਹੈ। ਅਸੀਂ ਸਾਰੇ, ਚਾਹੇ ਮੈਂ ਇੱਕ ਟੀਚਰ ਹੋਣ ਦੇ ਨਾਤੇ ਜਾਂ ਤੁਸੀਂ ਮੀਡੀਆ ਵਿੱਚ ਹੋਣ ਦੇ ਨਾਤੇ ਜਾਂ ਦੂਸਰੇ ਬੰਦੇ ਜਿਹੜੇ ਵੈਲ ਮੀਨਿੰਗ ਹੈਗੇ ਹੈ, ਚੀਮਾ ਸਾਹਿਬ ਬੈਠੇ ਹੈ, ਅਗਰ ਅਸੀਂ ਸਾਰੇ ਇਸ ਚੀਜ਼ ਨੂੰ ਸਮਝਣ ਲੱਗ ਜਾਈਏ ਔਰ ਇਹਨਾਂ ਕਦਰਾਂ ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾ ਦਈਏ ਤਾਂ ਕਾਫੀ ਹੱਦ ਤੱਕ ਠੱਲ ਪੈ ਸਕਦੀ ਹੈ। ਮੈਂ ਤੁਹਾਨੂੰ ਹੁਣ ਰੀਸੈਂਟ ਐਗਜ਼ਾਮਪਲ ਦਿੰਦਾ ਕਿ ਜਿਸ ਵੇਲੇ ਭਗਵੰਤ ਮਾਨ ਸਰਕਾਰ ਆਈ, ਉਹਨਾਂ ਨੇ ਕਿਹਾ ਜੀ ਕਿ ਇੱਕ ਨੰਬਰ ਇਸ਼ੂ ਕਰਤਾ ਜੀ, ਇਸ ਟੈਲੀਫੋਨ ਨੰਬਰ, ਕਿ ਇਸ ਟੈਲੀਫੋਨ ਨੰਬਰ ਤੇ ਤੁਸੀਂ ਕਰੋ ਤੇ ਫੌਰਨ ਜਿਹੜਾ ਹੈਗਾ ਅਸੀਂ ਕੋਈ ਕਾਰਵਾਈ ਕਰਾਂਗੇ। ਔਰ ਇਹ ਵੀ ਕਿਹਾ ਗਿਆ ਕਿ 10 ਦਿਨਾਂ ਦੇ ਵਿੱਚ, ਕੇਜਰੀਵਾਲ ਸਾਹਿਬ ਨੇ ਕਿਹਾ ਕਿ 10 ਦਿਨਾਂ 'ਚ ਜਾਂ ਕੁਛ 2 ਮਹੀਨਿਆਂ 'ਚ ਕਰਪਸ਼ਨ ਜਿਹੜੀ ਹੈਗੀ ਆ ਖਤਮ ਹੋ ਗਈ। ਲੇਕਿਨ ਇਮਾਨਦਾਰੀ ਨਾਲ ਕਿਆ ਕਰਪਸ਼ਨ ਪੰਜਾਬ 'ਚ ਖਤਮ ਹੋ ਗਈ? ਇਹ ਵੱਡਾ ਕੁਐਸਚਨ ਹੈ। ਸਿਰਫ ਤੁਸੀਂ ਅਗਰ ਫੋਟੋ ਖਿਚਵਾ ਕੇ ਮੀਡੀਆ ਦੇ ਵਿੱਚ ਆਪਣੀ ਗੱਲ ਪਹੁੰਚਾ ਕੇ ਸਮਝਦੇ ਹੋ ਵੀ ਕਰਪਸ਼ਨ ਖਤਮ ਹੋ ਜੂਗੀ, ਉਸ ਤਰ੍ਹਾਂ ਕਰਪਸ਼ਨ ਖਤਮ ਨਹੀਂ ਹੋਣੀ। ਕਰਪਸ਼ਨ ਦੋ ਤਰ੍ਹਾਂ ਦੀ ਹੈ। ਇੱਕ ਤਾਂ ਕਰਪਸ਼ਨ ਹੈ ਹਾਈਐਸਟ ਲੈਵਲ ਤੇ, ਮਿਨਿਸਟਰੀਅਲ ਲੈਵਲ ਤੇ, ਜਿਹੜੇ ਵੱਡੇ ਵੱਡੇ ਠੇਕੇ ਹੁੰਦੇ ਆ ਜਾਂ ਹੋਰ ਹੁੰਦੇ ਆ। ਈਵਨ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਕਰਪਸ਼ਨ ਭਰ ਗਈ ਹੈ, ਜਿਸ ਵੇਲੇ ਉਹ ਕਹਿੰਦੇ ਆ ਵੀ ਬਿਨਾਂ ਪੈਸਾ ਦਿੱਤੇ ਤਾਂ ਕੁਝ ਹੋਣਾ ਨਹੀਂ। ਜੇ ਕੋਈ ਬੰਦਾ ਪੈਸਾ ਨਹੀਂ ਵੀ ਲੈ ਰਿਹਾ, ਉਹਦੇ ਵੀ ਜੇਬ 'ਚ ਥੁੰਨਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਮੈਂ ਆਪਣਾ ਕੰਮ ਗਲਤ ਜਾਂ ਸਲਤ ਜਾਂ ਜਲਦੀ ਦੇ ਕੇ ਕਢਵਾ ਕੇ ਪਾਸੇ ਕਰਾਂ। ਤਾਂ ਆਪਾਂ ਇਸ ਹਮਾਮ ਦੇ ਵਿੱਚ ਸਾਰੇ ਇੱਕੋ ਜਿਹੇ ਬਣ ਚੁੱਕੇ ਹਾਂ। ਉੱਪਰਲਾ ਜਿਹੜਾ ਹੈਗਾ ਨੀਚੇ ਵਾਲੇ ਨੂੰ ਅਕਿਊਜ਼ ਕਰੀ ਜਾਂਦਾ, ਨੀਚੇ ਵਾਲਾ ਉੱਪਰ ਵਾਲੇ ਨੂੰ ਅਕਿਊਜ਼ ਕਰੀ ਜਾਂਦਾ। ਇਸ ਕਰਕੇ ਇਹ ਜਿਹੜਾ ਸਿਸਟਮ ਹੈ, ਇਹ ਸਿਸਟਮ ਦਾ ਖੋਰਾ ਜਿਹੜਾ ਹੈਗਾ ਉਹ ਲੱਗ ਰਿਹਾ, ਜਿਹਦਾ ਖਮਿਆਜ਼ਾ ਇਹ ਹੈਗਾ ਕਿ ਇੰਟਰਨੈਸ਼ਨਲ ਲੈਵਲ ਤੇ ਸਾਡੀ ਜਿਹੜੀ ਛਵੀ ਹੈ, ਸਾਡੀ ਜਿਹੜੀ ਇਮੇਜ ਹੈ, ਉਹ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਆਪਾਂ ਸਿਰਫ ਬੇਈਮਾਨ ਦੇਸ਼ ਹੀ ਨਹੀਂ ਹਾਂ, ਬਲਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ 'ਚ ਇੰਨੀ ਜ਼ਿਆਦਾ ਉਹ ਭਰ ਗਈ ਹੈ ਕਿ ਅਸੀਂ ਕਹਿੰਦੇ ਹਾਂ ਆਪਣੇ ਆਪ ਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਅਸੀਂ ਬਸ ਜਿਹੜੇ ਧਾਰਮਿਕ ਹੈ, ਮੰਦਿਰ, ਮਸੀਤਾਂ, ਗੁਰਦੁਆਰੇ ਡੱਕੇ ਪਏ ਲੋਕਾਂ ਦੇ ਨਾਲ, ਲੇਕਿਨ ਐਟ ਦਾ ਸੇਮ ਟਾਈਮ ਜਿਹਨੂੰ ਜਿੱਥੇ ਮੌਕਾ ਮਿਲਦਾ ਕਰਪਸ਼ਨ ਕਰਦਾ ਹੈ। ਉਹ ਕਰਪਸ਼ਨ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ, ਉਹ ਫਾਈਨੈਂਸ਼ੀਅਲ ਵੀ ਹੋ ਸਕਦੀ ਹੈ, ਉਹ ਇਨ ਕਾਈਂਡ ਵੀ ਹੋ ਸਕਦੀ ਹੈ। ਅਗਰ ਮੈਂ ਐਜ਼ ਏ ਟੀਚਰ ਆਪਣੀ ਡਿਊਟੀ ਨਹੀਂ ਨਿਭਾਉਂਦਾ ਤਾਂ ਉਹ ਵੀ ਇੱਕ ਕਰਪਸ਼ਨ ਹੈ। ਅਗਰ ਮੈਂ ਲੈਕਚਰ ਨਹੀਂ ਦਿੰਦਾ ਪ੍ਰੋਪਰਲੀ, ਅਗਰ ਕੋਈ ਡਾਕਟਰ ਜਿਹੜਾ ਹੈਗਾ, ਇੰਜੀਨੀਅਰ ਹੈ, ਤਾਂ ਹਰ ਤਰ੍ਹਾਂ ਦੀ ਕਰਪਸ਼ਨ ਹੈ। ਕੇਵਲ ਪੈਸਿਆਂ ਦੀ ਕਰਪਸ਼ਨ ਨਹੀਂ ਹੁੰਦੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਨੂੰ ਸਾਰਿਆਂ ਨੂੰ ਸੋਚਣੀਆਂ ਤੇ ਦੇਖਣੀਆਂ ਚਾਹੀਦੀਆਂ ਨੇ, ਤਾਂ ਹੀ ਕੁਝ ਹੋ ਸਕਦਾ ਹੈ। ਇੱਕ ਹੱਲਾ ਮਾਰਨ ਦੀ ਲੋੜ ਹੈਗੀ ਹੈ। ਸਿਰਫ ਅਗਰ ਤੁਸੀਂ ਨਿੱਟੀ ਗ੍ਰਿਟੀ ਕਹੋ ਕਿ ਉਹਦੇ ਨਾਲ ਖਤਮ ਹੋ ਜਾਏਗਾ, ਇਸ ਤਰ੍ਹਾਂ ਕਰਪਸ਼ਨ ਖਤਮ ਹੋਣ ਵਾਲੀ ਨਹੀਂ ਹੈ ਇੰਡੀਆ ਦੇ ਵਿੱਚੋਂ ਔਰ ਪੰਜਾਬ ਦੇ ਵਿੱਚੋਂ। ਜੀ ਚੀਮਾ ਸਾਹਿਬ, ਤੁਹਾਡੇ ਮੁਤਾਬਿਕ ਜਿਹੜੀ ਕਰਪਸ਼ਨ ਹੈ, ਜਿਹੜੇ ਤਰ੍ਹਾਂ ਦੀ ਕਰਪਸ਼ਨ ਦੀ ਗੱਲ ਕੀਤੀ ਹੈ ਖਾਲਿਦ ਸਾਹਿਬ ਨੇ, ਉਸ ਕਰਪਸ਼ਨ ਨੂੰ ਆਪਾਂ ਕਿਵੇਂ ਹੱਲ ਕੱਢ ਸਕਦੇ ਹਾਂ ਉਹਦਾ, ਤੇ ਕਿਵੇਂ ਨਜਿੱਠ ਸਕਦੇ ਹਾਂ ਉਹਦੇ ਨਾਲ? ਦੇਖੋ, ਦੇयर वाज ए सिस्टम ऑफ वैल्यू एजुकेशन, वैल्यू बेस्ड एजुकेशन। मैं समझना भी ਇਹਨਾਂ ਸਾਰਿਆਂ ਦੀ ਪ੍ਰੋਬਲਮ ਦੀ ਜਿਹੜੀ ਨਾ ਜੈਨੇਸਿਸ ਜਾਂ ਰੂਟ ਕਾਜ਼ ਉਹ ਹੈ ਪੂਅਰ ਕੁਆਲਿਟੀ ਆਫ ਐਜੂਕੇਸ਼ਨ। ਜੀ, ਇੱਕ ਚਾਈਨਾ ਦਾ ਨਾਂ ਲੈਣਾ ਵੈਸੇ ਤਾਂ ਮਾੜੀ ਗੱਲ ਹੈ, ਪਰ ਚਾਈਨੀ ਇੱਕ ਕਹਾਵਤ ਹੈ, ਇਫ ਯੂ ਵਾਂਟ ਟੂ ਪਲਾਂਟ ਰਾਈਸ ਪਲਾਂਟ ਫॉर 1 ईयर, ਇਫ ਯੂ ਵਾਂਟ ਟੂ ਪਲਾਂਟ ਟਰੀ ਪਲਾਂਟ ਫॉर 5 years, ਐਂਡ ਇਫ ਯੂ ਵਾਂਟ ਟੂ ਪਲਾਂਟ ਮੈਨ ਪਲਾਂਟ ਫॉर 100 years। ਇਹਦਾ ਮਤਲਬ ਹੈ ਕਿ ਜੇ ਤੁਸੀਂ ਪੁਸ਼ਤਾਂ ਨੂੰ, ਆਉਣ ਵਾਲੀਆਂ ਨੂੰ ਤੁਸੀਂ ਠੀਕ ਕਰਨਾ ਹੈ, ਤੇ ਕੁਆਲਿਟੀ ਆਫ ਐਜੂਕੇਸ਼ਨ ਐਂਡ ਟੀਚਰ प्ले ए वेरी वेरी इंपॉर्टेंट रोल। और मोहम्मद खालिद साहब ने ठीक गल कही कि करप्शन जिहड़ी है ना, वो प्रोफैशनल डिसऑनेस्टी जिहड़ी है ना, प्रोफैशनल डिसऑनेस्टी, वो भी दिस इज़ द वर्स्ट फॉर्म ऑफ करप्शन। इदू माड़ी करप्शन को हो ही नहीं सकती। और प्रोफैशनल डिसऑनेस्टी बंद हो सकती है सिर्फ अंदर दी अवेकनिंग, आम आदमी दी अपनी सोच कि की मैं अपना काम जिहड़ा जिस तरीके नाल करना चाहिए टू दी बेस्ट ऑफ माई एबिलिटी कर रहा,
ਅੰਦਰ ਝਾਤੀ ਮਾਰਨਾ, ਆਪਣੀ ਜ਼ਮੀਰ ਨੂੰ ਜਗਾਉਣਾ, ਇਹ ਹੁਣ ਚੀਜ਼ਾਂ ਜਿਹੜੀਆਂ ਨੇ ਇਹ ਕਿੱਥੋਂ ਸਿਖਾਈਆਂ ਜਾਣਗੀਆਂ? ਕੌਣ ਸਿਖਾਏਗਾ? ਪੇਰੈਂਟਸ ਨਹੀਂ ਸਿਖਾ ਰਹੇ, ਕਿਉਂਕਿ ਪੇਰੈਂਟਸ ਵੀ ਉਸੇ ਸੁਸਾਇਟੀ ਦਾ ਹਿੱਸਾ ਨੇ ਜਿਹੜੀ ਸੁਸਾਇਟੀ ਕਰਪਟ ਹੋ ਗਈ ਹੈ। ਤੁਸੀਂ ਇਹ ਮੰਨੋਗੇ ਕਿ ਫਸਟ ਟੀਚਰ ਆਫ ए ਚਾਈਲਡ ਆਰ ਦੀ ਪੇਰੈਂਟਸ। ਉਹਦੇ ਬਾਅਦ ਬੱਚਾ ਜਦੋਂ ਸਕੂਲ 'ਚ ਗਿਆ ਤੇ ਹੀ ਆਰ ਸ਼ੀ ਇਜ਼ ਹੈਂਡਡ ਓਵਰ ਟੂ ਦੀ, ਔਰ ਮੈਕਸੀਮਮ ਟਾਈਮ ਉਹ ਜਿਹੜਾ 8 ਘੰਟੇ ਜਾਂ ਕਿੰਨੇ ਘੰਟੇ ਉਹ ਬੱਚਾ ਉੱਥੇ ਸਕੂਲ ਦੇ ਵਿੱਚ ਕੱਢਦਾ। ਹੁਣ ਗੁੱਡ ਦੀ ਕੁਆਲਿਟੀ ਟੀਚਰਸ, ਡਾਕਟਰ ਰਾਧਾ ਕ੍ਰਿਸ਼ਨ ਕਹਿੰਦੇ ਹੁੰਦੇ ਸਨ, ਮੈਨੂੰ ਗੱਲ ਯਾਦ ਆ ਗਈ ਇਹ ਗੱਲਾਂ 'ਚ, ਉਹ ਕਹਿੰਦੇ ਸਨ ਕਿ ਯੂ ਡੋਂਟ ਨੀਡ ਏ ਟੀਚਰ ਟੂ ਬੀ ਦੀ ਬੈਸਟ ਇਨ ਬ੍ਰੇਨ, ਯੂ ਨੀਡ ਏ ਟੀਚਰ ਬੈਸਟ ਇਨ ਮਾਈਂਡ। ਹੁਣ ਬੈਸਟ ਇਨ ਮਾਈਂਡ ਦਾ ਮਤਲਬ ਇਹ ਹੈ ਕਿ ਜਿਹੜਾ ਮੈਂਟੋਰ ਹੋ ਜਾਏ, ਉਹ ਬੱਚੇ ਨੂੰ ਲੈ ਕੇ ਨਾਲ ਕਹੇ ਵੀ ਮੈਂ ਤਾਂ ਇਹ ਬੱਚੇ ਦਾ ਭਵਿੱਖ ਸੁਧਾਰ ਕੇ ਛੱਡਣਾ ਹੈ। ਮੈਂ ਆਈ ਐਮ ਏ ਓਲਡ ਟਾਈਮਰ, ਆਈ ਐਮ ਵੈਰੀ ਐਂਸ਼ੀਐਂਟ ਇਨ ਏਜ। ਮੈਨੂੰ ਪਤਾ ਹੈ ਕਿ ਪੁਰਾਣੇ ਜਿਹੜੇ ਸਾਡੇ ਟੀਚਰ ਹੁੰਦੇ ਸਨ ਉਹਨਾਂ ਦੇ ਵਿੱਚ ਇਹ ਕੁਆਲਿਟੀ ਕਿਧਰੇ ਨਾ ਕਿਧਰੇ ਸੀ। ਦੇ ਯੂਜ਼ ਟੂ ਟੇਕ ਕੇਅਰ ਆਫ ਅਸ ਐਜ਼ ਕਿ ਵੀ ਇਹ ਬੱਚੇ ਦਾ ਅਸੀਂ ਫਿਊਚਰ ਸੁਧਾਰਨਾ। ਸਾਨੂੰ ਦੱਸਿਆ ਜਾਂਦਾ ਸੀ ਵੀ ਚੋਰੀ ਨਹੀਂ ਕਰਨੀ, ਹੇਰਾ ਫੇਰੀ ਨਹੀਂ ਕਰਨੀ, ਧੋਖਾ ਨਹੀਂ ਕਰਨਾ, ਮਾੜੀ ਗੱਲ ਹੈ, ਇਹ ਹੈ ਉਹ ਹੈ। we have now become a part of the entire system। ਜੋ ਸਿਸਟਮ ਹੈ ਉਹਦੇ 'ਚੋਂ ਹੀ ਸਾਰੇ ਲੋਕੀ ਆਉਂਦੇ ਨੇ, ਸੋ ਹੋ ਗਿਆ ਕੰਮ। ਪਰ ਮੇਰਾ ਇਹ ਮੰਨਣਾ ਹੈ ਕਿ ਜੇ ਇਸ ਚੀਜ਼ ਨੂੰ ਠੱਲਾ ਪਾਉਣਾ ਹੈ ਤੇ ਅਜੇ ਵੀ ਸਕੂਲਾਂ ਦੇ ਵਿੱਚ ਵੈਲਿਊ ਬੇਸਡ ਐਜੂਕੇਸ਼ਨ ਇੱਕ ਬਹੁਤ ਵੱਡਾ ਇਸ਼ੂ ਹੋਣਾ ਚਾਹੀਦਾ ਹੈ। there should be every school in everywhere, not only in Punjab। मैं समझना कि अच्छे गुड क्वालिटी दे सीनियर सिटीजन जिन्हों का एक्सपीरियंस है, जिन्हों को विजडम है, जिन्हों को अकल है, उन्होंने मैंटोर वो स्टूडेंट्स के उत्ते लगाया जाए। 10-10 15-15 20 स्टूडेंट्स दिते जान जिन्होंने वो गुड वैल्यू समझाए उन्होंने, और फिर पर्सनल एग्जाम्पल। मैं क्या करना कि मेरे नाल भाई साहब जोड़े ने टीचर ने, मैं भी सारी उम्र टीचर ही रहा, कि सारा पहला हुणे आ टीचर डे गया है भी टीचर टीच दाई सैल्फ। सारा पहला दूजे बच्चों को पढ़ाने तो पहला टीचर अपने आप को तो पढ़ा। और जो टीचर को पता है कि आए भी मैं इन्ने घंटे ड्यूटी दी, इन्नी मैनू तनख्वाह मिल गई तो दैट इज़ द एंड ऑफ इट, मेरा हो गया काम खत्म। वी डोंट नीड दैट काइंड ऑफ टीचर्स। सो टीचर ਨੂੰ ਇੱਕ ਤਾਂ ਗਿਵਿੰਗ ਦੀ ਟੀਚਰ ਹਿਜ਼ ਆਰ ਹਰ ਡਿਊ ਰਿਸਪੈਕਟ ਕਰਨਾ। ਤੁਸੀਂ ਦੇਖੋਗੇ ਕਿ ਬਾਹਰ ਦੇ ਕੰਟਰੀ ਦੇ ਵਿੱਚ ਜਿਹੜੇ ਤਗੜੇ ਪ੍ਰੋਫੈਸਰ ਜਾਂ ਵੈਲ ਨੋਨ ਫਲਾਣੀ ਯੂਨੀਵਰਸਿਟੀ ਆਕਸਫੋਰਡ ਉਹ ਦੇ ਆਰ ਸੋ ਰਿਸਪੈਕਟਡ ਬਾਈ ਦੀ ਗਵਰਨਮੈਂਟ। ਔਰ ਬੜਾ ਅਸੀਂ ਇੱਕ ਰਿਚੁਅਲ ਜਿਹਾ ਕਰਨੇ ਆ ਵੀ ਹਰ ਸਾਲ ਟੀਚਰ ਡੇ ਦੇ ਉੱਤੇ 20-30 ਬੰਦੇ ਸਿਲੈਕਟ ਕੀਤੇ, ਉਹ ਵੀ ਸ਼ਾਇਦ ਆਪਣੇ ਚੇਲੇ ਚਾਟੇ ਚਮਚੇ ਜੋ ਵੀ ਹੈ ਉਹਨਾਂ ਨੂੰ ਲਿਆ ਕੇ ਕੁਛ ਇੱਕ ਸਰਟੀਫਿਕੇਟ ਦੇ ਦਿੱਤਾ। ਇਹ ਇਸ ਤਰ੍ਹਾਂ ਟੀਚਰ ਦੀ ਰਿਸਪੈਕਟ ਨਹੀਂ ਹੁੰਦੀ। ਐਂਡ ਸਪੈਸ਼ਲੀ ਦੀ ਪ੍ਰਾਇਮਰੀ ਟੀਚਰਸ, ਮੈਂ ਸਮਝਣਾ ਵੀ ਪ੍ਰਾਇਮਰੀ ਟੀਚਰ ਦਾ ਰੋਲ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ। ਕਿਉਂ? ਛੋਟੇ ਬੱਚੇ ਨੂੰ ਪੈਨਸਿਲ ਫੜ ਕੇ ABC ਜਾਂ ਊੜਾ ਐੜਾ ਸਿਖਾਉਣਾ ਇਜ਼ ਮੋਰ ਡਿਫਿਕਲਟ ਦੈਨ ਟੀਚਿੰਗ MSc ਫਿਜ਼ਿਕਸ ਦੇ ਨਿਊਕਲੀਅਰ ਟੈਕਨੋਲੋਜੀ ਆ ਸਮਥਿੰਗ, ਉਹਦੇ ਨਾਲੋਂ ਇਹ ਜ਼ਿਆਦਾ ਔਖਾ ਹੈ। ਅਸੀਂ ਆਪਣੇ ਸਟਰੈਂਥਨ ਕਰੀਏ ਪ੍ਰਾਇਮਰੀ ਦੇ ਟੀਚਰਸ ਨੂੰ, ਪ੍ਰਾਇਮਰੀ ਦੇ ਟੀਚਿੰਗ ਸਿਸਟਮ ਨੂੰ, ਔਰ ਉਹਦੇ 'ਚ ਵੈਲਿਊ ਬੇਸਡ ਐਜੂਕੇਸ਼ਨ ਲਿਆਈਏ। ਆਈ ਹੈਵ ਨੋ ਡਾਊਟ ਇਟ ਵਿਲ ਟੇਕ 10 years 15 years 20 years, ਪਰ ਸਾਡੀ ਅੱਗੇ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਸੁਧਰ ਸਕਦੀ ਹੈ। ਉਹਨਾਂ ਦੇ ਵਿੱਚ ਸੋਸ਼ਲ ਮਾਈਂਡਫੁਲਨੈਸ ਕਿ ਸੋਚ ਜਿਹੜੀ ਹੈ ਉਹਨਾਂ ਦੀ ਬਦਲ ਕੇ ਕਿ ਅਸੀਂ ਇੱਕ ਅੱਛੇ ਸਿਟੀਜ਼ਨ ਬਣਨਾ ਹੈ। ਕਿੱਥੇ ਪੜ੍ਹਾਇਆ ਜਾਂਦਾ, ਕਿਹੜੇ ਸਕੂਲ ਦੇ ਵਿੱਚ ਜਾਂ ਕਿਹੜੇ ਸਿਲੇ ਅੱਛੇ ਸਿਟੀਜ਼ਨ ਬਣਨ ਵਾਸਤੇ ਕੀ ਕੀ ਕਰਨਾ ਚਾਹੀਦਾ ਹੈ, ਉਹ ਲਿਖਿਆ ਹੋਇਆ ਹੈ। ਕਨਸਟੀਟਿਊਸ਼ਨ ਵੀ ਲਿਖੀ ਹੋਈ ਹੈ, ਬੱਚੇ ਰੱਟ ਲੈਂਦੇ ਨੇ। ਉਹਦੇ 'ਚ ਇਹ ਵੀ ਲਿਖਿਆ ਵੀ ਮੇਰੀ ਰਿਸਪੌਂਸਿਬਿਲਿਟੀ ਕੀ ਹੈ, ਪਰ ਉਹਨਾਂ ਨੂੰ ਐਕਚੁਅਲੀ ਹੂ ਡਜ਼ ਦੈਟ, ਹੈ ਨਾ। ਸੋ ਮੇਰਾ ਖਿਆਲ ਹੈ ਵੀ ਐਜੂਕੇਸ਼ਨ ਸਪੈਸ਼ਲੀ ਪ੍ਰਾਇਮਰੀ ਐਜੂਕੇਸ਼ਨ ਉਹਦੇ ਉੱਤੇ ਅੱਛੇ ਕੁਆਲਿਟੀ ਦੇ ਟੀਚਰ, ਸਿਲੈਕਸ਼ਨ ਆਫ ਟੀਚਰਸ, ਟ੍ਰੇਨਿੰਗ ਆਫ ਟੀਚਰਸ, ਔਰ ਪੇਰੈਂਟਸ ਆਪਣੀ ਰਿਸਪੌਂਸਿਬਿਲਿਟੀ ਲੈ ਲੈਣ ਵੀ ਮੈਂ ਆਪਣੇ ਬੱਚੇ ਨੂੰ, ਅਸੀਂ ਘਰ ਤੋਂ ਹੀ ਬੱਚੇ ਨੂੰ ਝੂਠ ਬੋਲਣਾ, ਹੇਰਾ ਫੇਰੀ ਕਰਨਾ, ਧੋਖਾ ਕਰਨਾ ਜਿਹੜਾ ਉਹ ਸਿਖਾਉਣਾ ਸ਼ੁਰੂ ਕਰ ਦਿੰਦੇ ਆ। ਸੋ ਇਹ ਅਨਫੋਰਚੂਨੇਟ ਸਿਚੁਏਸ਼ਨ ਹੈ, ਬਟ ਇਟ ਇਜ਼ ਅ ਫੈਕਟ। ਸੋ ਅਨਲੈਸ ਅਸੀਂ ਆਪ ਹੀ ਸੁਧਰੀਏ, ਟੀਚਰ ਸੁਧਰ ਜਾਏ, ਤੇ ਬੱਚਾ ਜਿਹੜਾ ਆਪਣੇ ਆਪ ਹੀ ਜਿਹੜਾ ਫਿਊਚਰ ਜਨਰੇਸ਼ਨ ਜਿਹੜੀ ਸਾਡੇ ਆਪਣੇ ਆਪ ਠੀਕ ਹੋ ਜਾਏਗੀ। ਜੀ ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ, ਬਹੁਤ ਬਹੁਤ ਸ਼ੁਕਰੀਆ ਮੁਹੰਮਦ ਖਾਲਿਦ ਜੀ। ਨਤੀਜਾ ਇਹ ਨਿਕਲਿਆ ਕਿ ਸਾਡੇ ਸਟੂਡੈਂਟਸ ਨੂੰ, ਸਾਡੇ ਟੀਚਰਸ ਨੂੰ ਮੈਥਸ, ਸਾਇੰਸ, ਜਿਓਗ੍ਰਾਫੀ, ਫਿਲਾਸਫੀ ਪੜ੍ਹਨਾ ਵੀ ਜ਼ਰੂਰੀ ਹੈ, ਪਰ ਉਹਦੇ ਨਾਲੋਂ ਵੱਧ ਇੰਪੋਰਟੈਂਟ ਹੈ, ਉਹਦੇ ਨਾਲ ਇੰਪੋਰਟੈਂਟ ਹੈ
ਵੈਲਿਊ ਸਿਸਟਮ ਸਿੱਖਣਾ ਜ਼ਰੂਰੀ, ਵੈਲਿਊਜ਼ ਨੂੰ ਸਿੱਖਣਾ ਜ਼ਰੂਰੀ ਹੈ। ਤੇ ਉਹ ਵੈਲਿਊਜ਼ ਸਿਰਫ ਸਕੂਲ ਜਾਂ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਨਹੀਂ, ਉਹ ਘਰ ਤੋਂ ਸਿਖਾਈ ਜਾਣੀ ਸ਼ੁਰੂ ਹੋਣੀ ਹੈ। ਤੇ ਸਾਨੂੰ ਘਰਾਂ ਦੇ ਵਿੱਚ ਬੱਚਿਆਂ ਨੂੰ ਸਿਰਫ ਕਹਿ ਕੇ ਨਹੀਂ ਸਿਖਾਉਣਾ, ਬੱਚਿਆਂ ਦੇ ਸਾਹਮਣੇ ਐਗਜ਼ਾਮਪਲ ਸੈੱਟ ਕਰਨੇ ਪੈਣਗੇ, ਨਵੀਂ ਪੀੜ੍ਹੀ ਦੇ ਸਾਹਮਣੇ ਐਗਜ਼ਾਮਪਲ ਸੈੱਟ ਕਰਨੇ ਪੈਣਗੇ ਕਿ ਕਿਵੇਂ ਅਸੀਂ ਰਿਸ਼ਵਤਖੋਰੀ ਦੇ ਖਿਲਾਫ ਹੁੰਨੇ ਆ, ਕਿਵੇਂ ਅਸੀਂ ਛੋਟੇ ਛੋਟੇ ਕੰਮਾਂ ਲਈ ਰਿਸ਼ਵਤ ਆਫਰ ਨਹੀਂ ਕਰਦੇ, ਕਿਵੇਂ ਅਸੀਂ ਛੋਟੇ ਛੋਟੇ ਕੰਮਾਂ ਲਈ ਰਿਸ਼ਵਤ ਨਹੀਂ ਲੈਂਦੇ। ਜਦੋਂ ਇਹ ਅਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਸਿਖਾਵਾਂਗੇ, ਦਿਖਾਵਾਂਗੇ, ਤਾਂ ਮੇਰੇ ਖਿਆਲ ਭਾਰਤ, ਪੰਜਾਬ ਤੇ ਪੂਰੀ ਦੁਨੀਆ ਕਰਪਸ਼ਨ ਤੋਂ ਫ੍ਰੀ ਹੋ ਸਕਦੀ ਹੈ। ਤੇ ਇਹੋ ਜਿਹੇ ਸਵਾਲ ਸਾਨੂੰ ਪੁੱਛਣੇ ਨਹੀਂ ਪੈਣੇ ਕਿ ਈਡੀ ਜਾਂ CBI ਜਾਂ ਵਿਜੀਲੈਂਸ ਜਾਂ ਕੋਈ ਵੀ ਹੋਰ ਕੋਈ ਮਹਿਕਮਾ, ਕੋਈ ਪੁਲਿਸ ਜਾਂ ਕੋਈ ਇੰਡੀਪੈਂਡੈਂਟ ਇੰਸਟੀਟਿਊਸ਼ਨ ਕੀ ਉਹ ਕਿਸੇ ਦੇ ਅਧੀਨ ਹੈ। ਜਦੋਂ ਕਰਪਸ਼ਨ ਖਤਮ ਹੋ ਜੂ ਤਾਂ ਸਾਡੇ ਇਹ ਸਵਾਲ ਵੀ ਖਤਮ ਹੋ ਜਾਣਗੇ ਤੇ ਫਿਰ ਮੈਨੂੰ ਲੱਗਦਾ ਕਿ ਸਾਡਾ ਹਾਲ ਵੀ ਚੰਗਾ ਹੋ ਜਾਊਗਾ। ਤੇ ਇਸੇ ਤਰ੍ਹਾਂ ਹੋਰ ਵੀ ਚਰਚਾ ਕਰਦੇ ਰਵਾਂਗੇ, ਲੈ ਕੇ ਆਉਂਦੇ ਰਵਾਂਗੇ ਇਸ਼ੂਜ਼ ਨੂੰ ਤੇ ਗੱਲਬਾਤ ਕਰਦੇ ਰਵਾਂਗੇ, ਜਾਣਦੇ ਰਵਾਂਗੇ ਪੰਜਾਬ ਦਾ ਹਾਲ। ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।